ਅਜਿਹਾ ਲੋਕਡਾਊਨ ਹੋਊਗਾ ਯਾਦ ਰੱਖੂਗਾ ਮੋਦੀ। ਮੋਦੀ ਨੇ ਕਿਹੜਾ ਲੋਕਡਾਊਨ ਕੀਤਾ? ਲੋਕਡਾਊਨ ਤਾਂ ਪੰਜਾਬ ਦੇ ਵਿੱਚ ਹੋਣ ਜਾ ਰਿਹਾ। ਕੀ ਕਿਸਾਨ ਆਪਣੇ ਟਰੈਕਟਰ ਨੂੰ ਅੱਗ ਲਾਊਗਾ? ਜਿਹਨੂੰ ਪੁੱਤਾਂ ਨਾਲੋਂ ਪਿਆਰਾ। ਤਾਂ ਇਹ ਕਾਨੂੰਨ ਰੱਦ ਹੋਣਗੇ ਤੇ ਜਾਂ ਲੋਕਾਂ ਦੀ ਮੌਤ ਹੋਊਗੀ। ਇਹ ਆਰ ਪਾਰ ਦੀ ਗੱਲ ਹੈ। ਪਰ ਜਿਹੜੇ ਕੱਲਾ ਗੰਦ ਪਾਉਣ ਵਾਲੇ ਆ ਉਹਨਾਂ ਨੂੰ ਅਸੀਂ ਨੇੜੇ ਨਹੀਂ ਮਤਲਬ ਢੁੱਕਣ ਦੇਵਾਂਗੇ। ਕੱਲ ਅਗਰਾਹਾਂ ਦੇ ਪ੍ਰਧਾਨ ਨੇ ਇੱਕ ਗੱਲ ਕਹੀ ਹੈ ਵੀ ਅਸੀਂ ਦਿੱਲੀ ਨਹੀਂ ਆਉਂਦੇ, ਦਿੱਲੀ ਨੂੰ ਇੱਥੇ ਲੈ ਕੇ ਆਵਾਂਗੇ। ਆਊਗੀ ਦਿੱਲੀ ਇੱਥੇ? ਬਿਲਕੁਲ ਨਹੀਂ। ਦੇਖੋ ਇਹੀ ਤਾਂ ਮਤਭੇਦ ਨੇ। ਗਵਰਨਰ ਨਾਲ ਅਸੀਂ ਦੇਖਾਂਗੇ। ਅਗਰ ਉਹ ਸਾਈਨ ਨਹੀਂ ਕਰਦਾ, ਅਸੀਂ 1992 ਦੇ ਵਿੱਚ 10 ਦਿਨ ਘਰਾਓ ਕੀਤਾ ਗਵਰਨਰ ਦਾ, ਹੁਣ ਨਹੀਂ ਕਰ ਸਕਦੇ। ਏਡੀ ਵੱਡੀ ਐਜੀਟੇਸ਼ਨ ਉੱਠੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਤਾਲੀਵਾਲ ਤੇ ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਗੱਲ ਕਰਦੇ ਹਾਂ ਕਿਸਾਨੀ ਦੀ। ਗੱਲ ਹੁੰਦੀ ਹੈ ਪੰਜਾਬ ਦੀ। ਪੰਜਾਬ ਨੂੰ ਛੱਡ ਕੇ ਗੱਲ ਹੋਊਗੀ ਅੱਜ ਸਾਰੇ ਹਿੰਦੁਸਤਾਨ ਦੀ, ਕਿਉਂਕਿ ਕਿਸਾਨ ਦੀ ਜਿੰਦ ਤੇ ਬਣੀ ਹੋਈ ਆ। ਕਿਸਾਨ ਸੜਕਾਂ ਦੇ ਉੱਤੇ ਬੈਠਾ ਗਾ। ਇਸੇ ਦੇ ਚੱਲਦਿਆਂ ਕੱਲ 31 ਜਥੇਬੰਦੀਆਂ ਦੀ ਜੋ ਪੰਜਾਬ ਦੀ ਅਗਵਾਈ ਕਰਦੀਆਂ, ਪੰਜਾਬ ਦੇ ਕਿਸਾਨਾਂ ਦੀ ਅਗਵਾਈ ਕਰਦੀਆਂ, ਉਹਨਾਂ ਦੀ ਮੀਟਿੰਗ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਤੇ ਉਹਨਾਂ ਹੀ ਜਥੇਬੰਦੀਆਂ ਦੀ ਮੀਟਿੰਗ ਸ਼ਾਮ ਨੂੰ ਹੁੰਦੀ ਹੈ ਪੰਜਾਬ ਦੇ ਸਿੰਗਰਾਂ ਦੇ ਨਾਲ ਤੇ ਕੁਝ ਹੋਰ ਸਮਾਜ ਸੇਵੀਆਂ ਦੇ ਨਾਲ। ਇਹਨਾਂ ਮੀਟਿੰਗਾਂ ਦੇ ਵਿੱਚ ਕੀ ਰਿਹਾ ਇਸ ਦੇ ਬਾਰੇ ਵੀ ਜਾਣਾਂਗੇ। ਤੇ ਖਾਸ ਤੌਰ ਤੇ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਹੈਗਾ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਜਾਂ ਮੀਡੀਆ ਨੂੰ ਬਾਈਟਸ ਦਿੱਤੀਆਂ ਜਾ ਰਹੀਆਂ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵੱਲੋਂ ਵੀ ਮੋਦੀ ਸਾਹਿਬ ਇਹ ਕਿਸਾਨਾਂ ਦਾ ਲੋਕਡਾਊਨ ਹੈ, ਇਹ ਤੁਹਾਡਾ ਲੋਕਡਾਊਨ ਨਹੀਂ, ਇਹਦੀ ਕੋਈ ਸੀਮਾ ਨਹੀਂ ਹੋਵੇਗੀ। ਪੰਜਾਬ ਨੂੰ ਪੂਰਨ ਤੌਰ ਦੇ ਉੱਤੇ ਬੰਦ ਕਰ ਦਿੱਤਾ ਜਾਵੇਗਾ, ਚਾਹੇ ਉਹ ਸੜਕਾਂ ਹੋਣ ਚਾਹੇ ਉਹ ਰੇਲਾਂ ਹੋਣ। ਮੀਟਿੰਗਾਂ ਦੇ ਵਿੱਚ ਕੀ ਖਾਸ ਰਿਹਾ ਤੇ ਆਉਣ ਵਾਲਾ ਕੀ ਪਲਾਨ ਆ? ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਜੀ। ਬੂਟਾ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੂਟਾ ਸਿੰਘ ਜੀ। ਕੱਲ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ ਆ। ਹਾਂਜੀ ਹਾਂਜੀ। ਤੁਸੀਂ ਵੈਸੇ ਤਾਂ ਪ੍ਰੈਸ ਨੋਟ ਦੇ ਵਿੱਚ ਸਾਰਾ ਕੁਝ ਦੱਸ ਹੀ ਦਿੱਤਾ, ਫਿਰ ਵੀ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕੀ ਖਾਸ ਰਿਹਾ? ਕੀ ਗੱਲ ਗੰਭੀਰਤਾ ਨਾਲ ਸੁਣੀ ਗਈ ਕਿ ਫਿਰ ਰਾਜਨੀਤੀ? ਦੇਖੋ ਕੱਲ 31 ਜਥੇਬੰਦੀਆਂ ਦੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਕੈਬਨਿਟ ਮੰਤਰੀ ਹੋਰ ਵੀ ਸੀਗੇ ਜੀ, ਤੇ ਨਾਲ ਇਹਨਾਂ ਦੀ ਪਾਰਟੀ ਦਾ ਪ੍ਰਧਾਨ ਸੁਨੀਲ ਜਾਖੜ ਵੀ ਸੀ ਜੀ। ਜਿਹੜੀ ਉਸ ਮੀਟਿੰਗ ਦਾ ਮੁੱਖ ਮੁੱਦਾ ਸਾਡਾ ਸੀਗਾ ਕਿ ਜਿਹੜੇ ਤਿੰਨੇ ਆਰਡੀਨੈਂਸ, ਚੌਥਾ ਬਿਜਲੀ ਬਿੱਲ 2020 ਹੈ ਜਿਹੜਾ ਜੀ, ਉਹਨੂੰ ਖਤਮ ਕੀਤਾ ਜਾਵੇ। ਅਸੀਂ ਸਮਝਦੇ ਹਾਂ ਕਿ ਜਿਹੜੇ ਤਿੰਨੇ ਆਰਡੀਨੈਂਸ ਹੈ ਅਸਲ ਦੇ ਵਿੱਚ ਇਹ ਆਰਡੀਨੈਂਸ ਨਾ ਕਹੀਏ, ਇਹਨਾਂ ਨੂੰ ਕਾਨੂੰਨ ਨਾ ਕਹੀਏ, ਇਹ ਕਿਸਾਨਾਂ ਦੀ ਮੌਤ ਦੇ ਵਾਰੰਟਾਂ ਤੇ ਦਸਤਖਤ ਕੀਤੇ ਆ ਮੋਦੀ ਸਰਕਾਰ ਨੇ ਜਿਹੜੇ ਕਾਨੂੰਨ ਪਾਸ ਕੀਤੇ ਆ। ਇਹ ਇਕੱਲਾ ਮੁੱਦਾ ਤਾਂ ਬੇਸ਼ੱਕ ਕਿਸਾਨੀ ਨਾਲ ਜੁੜਿਆ ਹੋਇਆ, ਪਰ ਇਹਦੇ ਨਾਲ ਪੰਜਾਬ ਦਾ ਹਰ ਇੱਕ ਤਬਕਾ ਜਿਹਨੇ ਪ੍ਰਭਾਵਿਤ ਹੋਣਾ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ। ਇਹਦੀ ਜਿਹੜੀ ਸਾਰੀ ਉਤਪਾਦਨ ਹੈ, ਆਮਦਨ ਹੈ, ਇਹਦੀ ਖੇਤੀ ਦੇ ਉੱਪਰ ਨਿਰਭਰ ਆ। ਉਹ ਖੇਤੀ ਦੇ ਉੱਪਰ ਨਿਰਭਰ ਹੋਣ ਕਰਕੇ ਵੱਡਾ ਹਿੱਸਾ ਮਜ਼ਦੂਰਾਂ ਦਾ ਉਹ ਵੀ ਇਹਦੇ ਤੇ ਹੀ ਨਿਰਭਰ ਆ। ਜਿਵੇਂ ਮਿਸਾਲ ਦੇ ਤੌਰ ਤੇ ਹੁਣ ਜਿਹੜੇ ਤਿੰਨੇ ਆਰਡੀਨੈਂਸ ਹੈ, ਜਦੋਂ ਇੱਥੇ ਸਰਕਾਰੀ ਮੰਡੀ ਨਾ ਹੋਊਗੀ, ਸਰਕਾਰੀ ਖਰੀਦ ਨਾ ਹੋਊਗੀ, ਕਿਸਾਨਾਂ ਨੇ ਤਾਂ ਪ੍ਰਭਾਵਿਤ ਹੋਣਾ ਹੀ ਹੋਣਾ। ਇਹਦੇ ਨਾਲ ਆੜ੍ਹਤੀਆ ਪ੍ਰਭਾਵਿਤ ਹੋਊਗਾ। ਆੜ੍ਹਤੀਏ ਨਾਲ ਜੁੜੇ ਮੁਨੀਮ, ਮੁਨਸੀ, ਲੇਬਰ, ਝਰਾਵੇ ਤੇ ਜਿਹੜੇ ਮਤਲਬ ਖਾਸ ਕਰਕੇ ਟਰੱਕ ਯੂਨੀਅਨਾਂ, ਜਿਹੜੇ ਛੋਟੇ ਮਤਲਬ ਟਰੱਕਾਂ ਵਾਲੇ ਕਾਰੋਬਾਰ ਵਾਲੇ ਆ, ਉਹ ਗੱਲੇ ਤੇ ਨਿਰਭਰ ਹੈ। ਹਾੜੀ ਸੌਣੀ ਮਤਲਬ ਕਣਕ ਔਰ ਝੋਨਾ ਇੱਧਰ ਉੱਧਰ ਉਹ ਕਰਦੇ ਆ, ਲਿਜਾਂਦੇ ਆ ਸਾਰਾ ਗਦਾਮਾਂ ਤੱਕ। ਇਹ ਸਾਰੇ ਤਬਕੇ ਨੇ ਪ੍ਰਭਾਵਿਤ ਹੋਣਾ। ਇਹਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਭਾਈਚਾਰਾ ਬੈਠਾ ਮਜ਼ਦੂਰਾਂ ਦਾ ਖਾਸ ਕਰਕੇ, ਜਿਹੜਾ 24 ਘੰਟੇ ਉਹ ਖੇਤੀ ਤੇ ਨਿਰਭਰ ਹੈ, ਉਹਨੇ ਵੀ ਇਹਦੇ ਨਾਲ ਬਰਬਾਦ ਹੋ ਜਾਣਾ। ਇਸ ਕਰਕੇ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਵਿੱਚ ਜਿਹੜੀ ਐਜੀਟੇਸ਼ਨ ਹੈ ਉਹ ਭਖ ਰਹੀ ਹੈ। ਅਜੇ ਸਿਖਰਾਂ ਤੇ ਨਹੀਂ ਗਈ, ਅਜੇ ਭਖ ਰਹੀ ਹੈ ਇਹ। ਉਹਦੇ ਮਿਸਾਲ ਵਜੋਂ ਕਿੰਨਾ ਲੋਕਾਂ ਦਾ ਰੋਹ ਹੈ, ਕਿੰਨਾ ਇਹਦੇ ਵਿੱਚ ਲੋਕ ਗੰਭੀਰਤਾ ਨਾਲ ਰਹਿ ਰਹੇ ਆ। ਉਹ ਜਿਹੜਾ 25 ਦਾ ਪੰਜਾਬ ਬੰਦ ਦਾ ਸੱਦਾ ਉਹ ਸਾਹਮਣੇ ਆਉਂਦਾ, ਉੱਭਰ ਕੇ ਸਾਹਮਣੇ ਆਉਂਦਾ। ਇਤਿਹਾਸ ਸਿਰਜਿਆ ਉਹਨੇ ਕਿ ਜਵੜੀ ਨਹੀਂ ਬੰਦ ਕਰਾਇਆ, ਆਪਣੇ ਆਪ ਇਹਦੇ ਵਿੱਚ ਹਰ ਵਰਗ ਨੇ ਸ਼ਮੂਲੀਅਤ ਕੀਤੀ। ਵਪਾਰ ਮੰਡਲ ਨੇ, ਆੜ੍ਹਤੀਆਂ ਨੇ, ਮਜ਼ਦੂਰਾਂ ਨੇ, ਲੇਬਰ ਨੇ, ਮੁਲਾਜ਼ਮਾਂ ਨੇ, ਨੌਜਵਾਨਾਂ ਨੇ, ਕਲਾਕਾਰਾਂ ਨੇ, ਕੋਈ ਨਹੀਂ ਪਿੱਛੇ ਰਿਹਾ। ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਇੱਕ ਪੰਜਾਬ ਦੇ ਵਿੱਚ ਚਿੜੀ ਨਹੀਂ ਫਰਕੀ। ਕਰਫਿਊ ਵਾਲੇ ਦਿਨ ਤਾਂ ਕੋਈ ਲੰਘ ਸਕਦਾ, ਤੁਰ ਸਕਦਾ, ਤੇ ਲੋਕਾਂ ਨੇ ਸੜਕਾਂ ਤੇ ਜਾਣਾ ਮੁਨਾਸਬ ਨਹੀਂ ਸਮਝਿਆ। ਮਤਲਬ ਪੂਰਨ ਤੌਰ ਤੇ ਬੰਦ ਨੂੰ ਹਮਾਇਤ ਮਿਲੀ। ਇਸ ਕਰਕੇ ਉਸ ਤੋਂ ਬਾਅਦ ਜਿਹੜੀਆਂ ਤਿੰਨੇ ਪ੍ਰਮੁੱਖ ਪਾਰਟੀਆਂ ਪੰਜਾਬ ਦੀਆਂ,
ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਹਿੰਦਾ ਸੀ ਕਿ ਕਿਸਾਨਾਂ ਦੇ ਪੱਖੀ ਬਿੱਲ ਹੈ ਜੀ, ਸੁਖਬੀਰ ਬਾਦਲ ਦੇ ਨਾਲ ਮੇਰੀ ਅੱਧਾ ਘੰਟਾ ਮੀਟਿੰਗ ਹੋਈ ਹੈ, ਜਿੱਦੇ ਅਸੀਂ ਮੰਗ ਪੱਤਰ ਦੇਣ ਗਏ ਉਹਨਾਂ ਦੇ ਘਰ ਜਾ ਕੇ ਬੜਾ ਉਹਨਾਂ ਨੂੰ ਜ਼ੋਰ ਲਾਇਆ ਸੀ ਅਸੀਂ ਕਿ ਜਿਹੜੇ ਤਿੰਨੇ ਆਰਡੀਨੈਂਸ ਹੈ ਕਿਸਾਨਾਂ ਦੇ ਵਿਰੋਧੀ ਆ, ਕਿਸਾਨਾਂ ਦੀ ਮੌਤ ਦੇ ਬਰੰਟ ਹੈ, ਕਿਸਾਨਾਂ ਦੀ ਤਬਾਹੀ ਹੈ, ਇਹ ਪੇਂਡੂ ਅਰਥਚਾਰੇ ਦੀ ਤਬਾਹੀ ਹੈ। ਪਰ ਉਦੋਂ ਇਸ ਟਾਈਮ ਤੇ ਬੜੇ ਜ਼ੋਰ ਨਾਲ ਸਾਨੂੰ ਇਹ ਕਹਿ ਰਹੇ ਸੀ ਕਿ ਜਿਹੜੀ ਤੁਹਾਨੂੰ ਇੱਕ ਲਾਈਨ ਇਸ ਆਰਡੀਨੈਂਸ ਦੀ 1 ਜਾਂ 2 ਲੱਗਦੀਆਂ ਮੇਰੇ ਕੋਲੇ ਲੈ ਆਓ ਤੇ ਮੈਂ ਕੇਂਦਰ ਦੇ ਨਾਲ ਤੁਹਾਡੀ ਗੱਲਬਾਤ ਕਰਵਾ ਦਿੰਨਾ ਤੇ ਉਹ ਲਾਈਨ ਆਪਾਂ ਕਢਾ ਦਿਆਂਗੇ। ਅਸੀਂ ਕਿਹਾ ਸੀ ਅਸੀਂ ਤਾਂ ਤਿੰਨਾਂ ਆਰਡੀਨੈਂਸਾਂ ਤੇ ਘਾਟਾ ਮਾਰਦੇ ਹਾਂ, ਇਹ ਬਿਲਕੁਲ ਹੀ ਕਿਸਾਨ ਵਿਰੋਧੀ ਹੈ ਜੀ। ਉਦੋਂ ਸੁਖਬੀਰ ਨੂੰ ਲੱਗ ਰਿਹਾ ਸੀ ਕਿ ਨਹੀਂ, ਕਿਉਂਕਿ ਵਜ਼ੀਰੀ ਸੀ, ਉਹਦੇ ਨਾਲ ਸਾਂਝ ਸੀ ਬੀਜੇਪੀ ਦੇ ਨਾਲ, ਪਰ ਹੌਲੀ ਹੌਲੀ ਜਦੋਂ ਇਹਦਾ ਅਸਰ ਦੇਖਿਆ ਵਜ਼ੀਰੀ ਵੀ ਛੱਡਤੀ ਤੇ ਨਾਤਾ ਵੀ ਤੋੜ ਲਿਆ। ਜਿਹੜੀ ਮੈਂ ਗੱਲ ਉਸ ਦਿਨ ਕਹੀ ਸੀ 10 ਸਤੰਬਰ ਨੂੰ ਕਿ ਤੁਸੀਂ ਨਾਤਾ ਤੋੜੋ, ਕੁਰਬਾਨੀ ਦਿਓ, ਪਰ ਉਦੋਂ ਕਹਿੰਦਾ ਇਹ ਕੁਰਬਾਨੀ ਮੈਂ ਗਲ ਕਟਾਉਣ ਨੂੰ ਤਿਆਰ ਹਾਂ, ਸਿਰ ਕਟਾਉਣ ਨੂੰ ਤਿਆਰ ਹਾਂ। ਅਸੀਂ ਇਹ ਨਹੀਂ ਸੀ ਕਿ ਸਿਰ ਕਟਾ ਦਿਓ, ਅਸੀਂ ਕਹਿੰਦੇ ਸੀ ਨਾਤਾ ਤੋੜੋ ਤੇ ਵਜ਼ੀਰੀ ਛੱਡੋ, ਤਾਂ ਕਿ ਅਜੇ ਉਸ ਟਾਈਮ ਤੇ ਬਿੱਲ ਪਾਸ ਨਹੀਂ ਸੀ ਹੋਈ। ਜੇ ਉਸ ਟਾਈਮ ਤੇ ਫੈਸਲਾ ਲੈਂਦੇ ਤਾਂ ਲਾਜ਼ਮੀ ਹੈ ਕਿ ਕੇਂਦਰ ਸਰਕਾਰ ਤੇ ਇਹਦਾ ਪ੍ਰਭਾਵ ਪੈਣਾ ਸੀ। ਅਸਤੀਫੇ ਵੀ ਦੇਤੇ, ਵਜ਼ੀਰੀਆਂ ਵੀ ਛੱਡਤੀਆਂ, ਨਾਤਾ ਵੀ ਤੋੜਿਆ ਉਦੋਂ ਜਦੋਂ ਆਰਡੀਨੈਂਸ ਪਾਸ ਹੋ ਚੁੱਕੇ, ਜਿਹਦਾ ਅਸੀਂ ਕਹਿੰਦੇ ਕਿ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਉਹਨਾਂ ਦਾ। ਉਸ ਤੋਂ ਬਾਅਦ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਆ, ਇਹ ਅਸੀਂ ਦੇਖਦੇ ਹਾਂ ਕਿ ਅੱਜ ਬੇਸ਼ੱਕ ਉਹ ਕਹਿ ਰਿਹਾ ਕਿ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ, ਪਰ 1990 ਦੇ ਵਿੱਚ ਨਰਸਿਮਹਾ ਰਾਓ ਦੀ ਸਰਕਾਰ ਸੀ ਜਦੋਂ WTO ਨੇ ਗੈਟ ਸਮਝੌਤਾ ਕਰਕੇ ਉਹਦੇ ਉੱਪਰ ਸਾਈਨ ਕੀਤੇ। ਅਸੀਂ ਕਹਿੰਦੇ ਜੜ ਤਾਂ ਇਹਨਾਂ ਨੇ ਲਾਈ ਅਸਲ ਦੇ ਵਿੱਚ, ਅੱਜ ਉਹਨਾਂ ਦੀ ਲੋੜ ਬਣਦੀ ਹੈ। ਤੇ ਅੱਜ ਇਹ ਜਿਹੜਾ ਪੂਰਾ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਗਿਆ, ਐਜੀਟੇਸ਼ਨ ਵੱਧ ਗਈ, ਉਹਨੂੰ ਦੇਖਦੇ ਹੋਏ ਮਤਲਬ ਪੰਜਾਬ ਸਰਕਾਰ ਇਹਦੇ ਵਿਰੋਧ ਦੇ ਵਿੱਚ ਆ ਖੜੀ ਹੈ। ਪੂਰੇ ਪ੍ਰੈਸ਼ਰ ਥੱਲੇ ਆ ਪੰਜਾਬ ਦੀ ਸਰਕਾਰ। ਇਹ ਨਹੀਂ ਕਿ ਮੋਦੀ ਸਰਕਾਰ ਪ੍ਰੈਸ਼ਰ ਥੱਲੇ ਨਹੀਂ ਹੈ। ਜਿਹੜੀ ਐਜੀਟੇਸ਼ਨ ਉੱਠ ਰਹੀ ਹੈ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ, ਇਹ ਪੂਰੇ ਹਿੰਦੁਸਤਾਨ ਦੇ ਵਿੱਚ ਘਰਵਟ ਲੈ ਰਹੀ ਹੈ। ਬੰਦ ਵਾਲੇ ਦਿਨ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼ ਕਾਫੀ ਇੱਥੇ ਬੰਦ ਹੋਇਆ ਤੇ ਬਾਕੀਆਂ ਨੇ ਵਿਰੋਧ ਕੀਤਾ। ਤੁਸੀਂ ਦੇਖੋ ਉਹਦਾ ਸਿੱਟੇ ਵਜੋਂ ਮੈਂ ਕਹਿ ਸਕਦਾ ਕਿ ਕਿਵੇਂ ਪੈਰਾਂ ਹੇਠੋਂ ਮਿੱਟੀ ਖਿਸਕ ਰਹੀ ਹੈ ਜੀ। ਕਣਕ ਦਾ MSP ਪਿਛਲੇ 10 ਸਾਲਾਂ ਤੋਂ ਚੱਕ ਲਓ ਤੁਸੀਂ, ਜਨਵਰੀ ਫਰਵਰੀ ਦੇ ਮਹੀਨੇ ਵਿੱਚ ਜਾ ਕੇ ਐਲਾਨ ਕਰਦੇ ਸੀ, ਜਦੋਂ ਕਿ ਅਸੀਂ ਮੰਗ ਕਰਦੇ ਹੁੰਦੇ ਸੀ ਕਿ ਫਸਲ ਬੀਜਣ ਤੋਂ ਪਹਿਲਾਂ ਉਹਦਾ MSP ਤੈਅ ਹੋਣਾ ਚਾਹੀਦਾ। ਹੁਣ ਇਹ ਦਿਖਾਉਣ ਖਾਤਰ ਕਿ ਇਹ MSP ਰਹੂਗਾ, ਸਰਕਾਰੀ ਖਰੀਦ ਰਹੂਗੀ, ਐਜੀਟੇਸ਼ਨ ਨੂੰ ਕਿਵੇਂ ਖੁੰਡਾ ਕੀਤਾ ਜਾ ਸਕਦਾ ਹੈ। ਕਣਕ ਦੇ ਭਾਅ ਦਾ ਐਲਾਨ ਕਰਤਾ, ਨਿਗੂਣਾ ਵਾਧਾ ਕਰਕੇ, ਸਾਰੇ ਸਾਲਾਂ ਨਾਲੋਂ ਘੱਟ ਉਹਦੇ 'ਚ ਜੇ 50 ਰੁਪਈਆਂ ਦਾ ਵਾਧਾ ਕੀਤਾ, ਐਤਕੀ ਸਾਰੇ ਸਾਲਾਂ ਨਾਲੋਂ ਘੱਟ ਆ। ਉਦੋਂ ਅੱਗੇ ਝੋਨੇ ਦੀ ਖਰੀਦ ਪਿਛਲੇ 10 ਸਾਲਾਂ ਦਾ ਰਿਕਾਰਡ ਫਰੋਲ ਲਓ, 1 ਅਕਤੂਬਰ ਤੋਂ ਪਹਿਲਾਂ ਕਦੇ ਝੋਨੇ ਦੀ ਖਰੀਦ ਨਹੀਂ ਕੀਤੀ ਇਹਨਾਂ ਨੇ, ਤੇ ਐਤਕੀ 26 ਸਤੰਬਰ ਤੋਂ ਐਲਾਨ ਕਰਤਾ ਕਿ 26 ਸਤੰਬਰ ਤੋਂ ਝੋਨਾ ਖਰੀਦੋ। ਉਹਦੇ ਪਿੱਛੇ ਕਿ ਐਜੀਟੇਸ਼ਨ ਨੂੰ ਦਬਾਇਆ ਕਿਵੇਂ ਜਾਵੇ, ਇਹ ਭੁਲੇਖਾ ਹੈ ਮੋਦੀ ਦਾ ਕਿ ਇਹੋ ਜਿਹੇ ਹੱਥ ਕੰਡੇ ਵਰਤ ਕੇ ਐਜੀਟੇਸ਼ਨ ਨੂੰ ਦਬਾਇਆ ਜਾਊਗਾ। ਬਿਲਕੁਲ ਨਹੀਂ ਦਬਦੀ ਐਜੀਟੇਸ਼ਨ। ਤੇ ਇਸ ਕਰਕੇ ਕੱਲ ਉਸ ਪ੍ਰੈਸ਼ਰ ਦੇ ਵਿੱਚੋਂ ਮੁੱਖ ਮੰਤਰੀ ਕੈਪਟਨ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਅਸੀਂ ਜ਼ੋਰ ਨਾਲ ਮੁੱਦਾ ਉਭਾਰਿਆ ਕਿ ਰਾਜ ਸਰਕਾਰਾਂ ਦੇ ਅਧਿਕਾਰ ਹੈਗੇ ਆ ਕਿ ਕਿਸੇ ਕਾਨੂੰਨ ਨੂੰ ਲਾਗੂ ਕਰਨਾ ਜਾਂ ਨਾ ਕਰਨਾ। ਅਸੀਂ ਪਾਣੀਆਂ ਵਾਲੇ ਸਮਝੌਤੇ ਦੀ ਮਿਸਾਲ ਦਿੱਤੀ ਸੀ ਕਿ ਜਿਵੇਂ ਕੈਪਟਨ ਸਰਕਾਰ ਨੇ ਸਾਰੇ ਸਮਝੌਤੇ ਕੀਤੇ ਹੋਏ ਪਾਣੀਆਂ ਵਾਲੇ ਉਹ ਰੱਦ ਕੀਤੇ ਆ, ਤੇ ਹੁਣ ਇਹ ਆਰਡੀਨੈਂਸ ਕਿਉਂ ਨਹੀਂ ਰੱਦ ਕੀਤੇ ਜਾ ਸਕਦੇ। ਇਹ ਜ਼ੋਰ ਦੇ ਕੇ ਅਸੀਂ ਮੰਗ ਉਠਾਈਏ, ਮੰਗ ਉਹਨਾਂ ਨੇ ਸਾਡੀ ਮੰਨ ਲਈ ਹੈ ਕਿ ਸਾਡੇ ਵੱਲੋਂ ਅੱਜ ਹੀ ਸਮਝੋ ਮਤਾ ਪੈ ਗਿਆ। ਸਿਰਫ ਕਾਨੂੰਨੀ ਰਚਨਾ, ਅਸੀਂ ਕੈਬਨਿਟ ਦੀ ਮੀਟਿੰਗ ਕਰਨੀ ਹੈ, ਕੈਬਨਿਟ ਦੀ ਮੀਟਿੰਗ ਤੋਂ ਬਾਅਦ ਰਾਜਪਾਲ ਦੇ ਨਾਲ ਕੁਝ ਸਲਾਹ ਮਸ਼ਵਰਾ ਕਰਨਾ, ਉਦੋਂ ਬਾਅਦ ਇਹ ਅਸੀਂ ਰੱਦ ਕਰਾਂਗੇ, ਮਤਾ ਪਾਵਾਂਗੇ। ਪਰ ਇੱਕ ਜਿਹੜਾ ਇਹਦਾ ਸੁਨੀਲ ਜਾਖੜ ਹੈ, ਕਾਂਗਰਸ ਪਾਰਟੀ ਦਾ ਜਿਹੜਾ ਪ੍ਰਧਾਨ ਹੈ, ਉਹਨੇ ਖਾਲਸਾ ਜ਼ਾਹਰ ਕੀਤਾ ਕਿ ਅਗਰ ਅਸੀਂ ਤਾਂ ਮਤਾ ਪਾ ਦਿਆਂਗੇ, ਪਹਿਲਾਂ ਵੀ ਪਾਇਆ ਹੁਣ ਵੀ ਪਾ ਦਿਆਂਗੇ, ਸਾਡੇ ਵੱਲੋਂ ਸਮਝ ਲਓ ਕਿ ਪੈ ਗਿਆ, ਸੈਸ਼ਨ ਬੁਲਾ ਕੇ। ਕੋਈ ਵਿਰੋਧੀ ਧਿਰ ਵੀ ਨਹੀਂ ਹੈ, ਹੁਣ ਤਾਂ ਅਕਾਲੀਆਂ ਨੇ ਵੀ ਜਾਣਾ, ਹਾਂ ਸਰਬਸੰਮਤੀ ਨਾਲ ਪੈਣਾ ਮਤਾ। ਪਰ ਗਵਰਨਰ ਪੰਜਾਬ ਸੈਂਟਰ ਦਾ ਨੁਮਾਇੰਦਾ ਹੈ ਔਰ BJP ਪਾਰਟੀ ਦਾ ਨੁਮਾਇੰਦਾ ਵੀ ਆ, ਤੇ ਉਹਨੇ ਇਹਦੇ ਉੱਪਰ ਸਾਈਨ ਨਹੀਂ ਕਰਨੇ। ਅਸੀਂ ਕਿਹਾ ਸਾਡੀ ਜ਼ਿੰਮੇਵਾਰੀ ਹੈ, ਤੁਸੀਂ ਆਪਣਾ ਕੰਮ ਕਰੋ, ਗਵਰਨਰ ਨਾਲ ਅਸੀਂ ਦੇਖਾਂਗੇ। ਅਗਰ ਉਹ ਸਾਈਨ ਨਹੀਂ ਕਰਦਾ, ਅਸੀਂ 1992 ਦੇ ਵਿੱਚ 10 ਦਿਨ ਘਰਾਓ ਕੀਤਾ ਗਵਰਨਰ ਦਾ, ਹੁਣ ਨਹੀਂ ਕਰ ਸਕਦੇ, ਏਡੀ ਵੱਡੀ ਐਜੀਟੇਸ਼ਨ ਉੱਠੀ ਹੈ, ਤਾਂ ਇਹ ਫੈਸਲਾ ਹੋ ਗਿਆ ਕੱਲ ਕਿ ਮਤਾ ਪਾਇਆ ਜਾਊਗਾ। ਉਦੋਂ ਅਗਲੀ ਗੱਲ ਜਿਹੜੀ ਹੈਗੀ ਹੈ, ਗ੍ਰਾਮ ਸਭਾਵਾਂ ਦੇ ਅਸੀਂ ਮਤੇ ਪਵਾਉਣੇ ਆ, ਕਿਉਂਕਿ ਗ੍ਰਾਮ ਸਭਾ ਨੂੰ ਭਾਰਤ ਦੇ ਵਿਧਾਨ ਦੇ ਵਿੱਚ ਉੱਤਮ ਦਰਜਾ ਦਿੱਤਾ ਹੋਇਆ ਜੀ। ਇਹ ਲੋਕਾਂ ਦੀ ਸਭਾ ਹੈ, 2 ਕਾਨੂੰਨ ਹੈ, ਇੱਕ ਲੋਕ ਬਣਾਉਂਦੇ ਆ, ਇੱਕ ਸਰਕਾਰਾਂ ਬਣਾਉਂਦੀਆਂ। ਪੂਰੇ ਪੰਜਾਬ ਦੇ ਵਿੱਚੋਂ ਅਸੀਂ ਗ੍ਰਾਮ ਸਭਾਵਾਂ ਦੇ ਮਤੇ ਪਵਾਵਾਂਗੇ। ਨਾਲ ਅਸੀਂ 1 ਤਰੀਕ ਤੋਂ ਜਿਹੜੀ ਐਜੀਟੇਸ਼ਨ ਹੈ, ਜਿਹੜਾ ਸਾਨੂੰ ਇਹ ਲੱਗਦਾ ਸੀ ਕਿ ਕੈਪਟਨ ਕਹੂਗਾ ਇਹ ਬੰਦ ਕਰ ਦਿਓ, ਪਰ ਨਹੀਂ, ਉਹਨਾਂ ਨੇ ਇਸ ਬਾਰੇ ਕੋਈ ਸਵਾਲ ਨਹੀਂ ਉਠਾਇਆ।
1 ਤਰੀਕ ਤੋਂ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਰੇਲਵੇ ਲੈਣਾ ਸਾਰੀਆਂ ਬਿਲਕੁਲ ਜਾਮ ਕਰਾਂਗੇ। ਮੋਦੀ ਸਰਕਾਰ ਖੋਲਣ ਜਾ ਰਹੀ ਸੀ 1 ਤਰੀਕ ਤੋਂ ਕਿ ਅਸੀਂ ਟ੍ਰੇਨਾਂ ਦਾ ਜਿਹੜਾ ਲਾਕਡਾਊਨ ਖੋਲ ਦਿਆਂਗੇ, ਪਰ ਅੱਜ ਜਿਹੜਾ ਫੈਸਲਾ ਅਸੀਂ ਕੀਤਾ, ਇਹ ਜਿਹੜਾ ਲਾਕਡਾਊਨ 25 ਨੂੰ ਲੱਗਿਆ ਪੰਜਾਬ ਬੰਦ ਦਾ, ਅਗਰ 1 ਤਰੀਕ ਤੋਂ ਲਾਕਡਾਊਨ ਕਰਨ ਜਾ ਰਹੇ ਹਾਂ, ਇਹ ਲਾਕਡਾਊਨ ਖੁੱਲਦਾ ਨਹੀਂ ਹੈ। ਇਹ ਲਾਕਡਾਊਨ ਉਸ ਟਾਈਮ ਤੇ ਖੁੱਲੂਗਾ ਜਦੋਂ ਇਹ ਕਾਨੂੰਨਾਂ ਦਾ ਕੋਈ ਮੂੰਹ ਮੱਥਾ ਨਹੀਂ ਬਣ ਜਾਂਦਾ, ਇਹਨਾਂ ਨੂੰ ਰੱਦ ਨਹੀਂ ਹੋ ਜਾਂਦਾ, ਮੋਦੀ ਸਰਕਾਰ ਇਹ ਤੋਂ ਪਿੱਛੇ ਨਹੀਂ ਹਟ ਜਾਂਦੀ। ਇਹਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਜੇ ਰੇਲਾਂ ਹਫ਼ਤਾ ਬੰਦ ਹੋ ਗਈਆਂ ਉਦੋਂ ਬਾਅਦ ਕਿਸਾਨ ਉੱਠ ਖੜੇ, ਉਦੋਂ ਬਾਅਦ ਨਵੀਂ ਐਜੀਟੇਸ਼ਨ ਹੋਰ ਹੋਊਗੀ, ਕਿਉਂਕਿ ਕੋਈ ਵੀ ਐਜੀਟੇਸ਼ਨ ਹੈ ਉਹਦਾ ਰੂਪ ਬਦਲਣਾ ਪੈਂਦਾ, ਲਾਜ਼ਮੀ ਹੈ 2-4 ਦਿਨ ਹਫ਼ਤਾ ਚਲਾ ਕੇ ਉਹਦਾ ਰੂਪ ਬਦਲਣਾ ਪੈਂਦਾ, ਰੂਪ ਪਹਿਲਾਂ ਨਾਲੋਂ ਅੱਗੇ ਤਿੱਖਾ ਹੁੰਦਾ ਉਹ। ਇਸ ਕਰਕੇ ਇਹ ਮੁੱਦਾ ਅਜੇ ਤਾਂ ਸਿਖਰਾਂ ਤੇ ਜਾਣਾ ਹੈ। ਪੂਰੇ ਪੰਜਾਬ ਦੇ ਲੋਕ ਉੱਠ ਰਹੇ ਆ, ਪੰਜਾਬ ਦੇ ਨਹੀਂ 250 ਕਿਸਾਨ ਜਥੇਬੰਦੀ ਬਣੀ ਹੋਈ ਆ ਆਲ ਇੰਡੀਆ ਦੇ ਵਿੱਚ, ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਕਹਿੰਦੇ ਅਸੀਂ ਉਹਦੇ ਮੈਂਬਰ ਆ, ਤੇ ਉਹਦਾ ਵੀ ਸੱਦਾ ਆ ਰਿਹਾ ਜੀ ਕਿ 25 ਨਵੰਬਰ ਤੋਂ ਪਾਰਲੀਮੈਂਟ ਦਾ ਘਿਰਾਓ ਕਰਾਂਗੇ ਜੀ। ਬੂਟਾ ਸਿੰਘ ਜੀ, ਮੈਂ ਮਾਫੀ ਚਾਹੂੰਗਾ, ਥੋੜਾ ਜਿਹਾ ਰੋਕਣਾ ਚਾਹੂੰਗਾ, ਆਪਾਂ ਥੋੜੀ ਜਿਹੀ ਗੱਲ ਪਿਛਲੀ ਗੱਲ ਕਰਦੇ ਹਾਂ। ਜਿਹੜੇ ਕੋਆਪਰੇਟ ਘਰਾਣੇ ਨੇ, ਆਮ ਲੋਕਾਂ ਦੀ ਵੀ ਰਾਏ ਹੈ, ਕਿਸਾਨ ਤਾਂ ਬਹੁਤ ਟਾਈਮ ਤੋਂ ਪਿੱਟਦੇ ਆ ਰਹੇ ਆ ਜਥੇਬੰਦੀਆਂ ਵਾਲੇ ਵੀ, ਜਿਹੜੇ ਕੋਆਪਰੇਟ ਆ ਉਹ ਸਰਕਾਰ ਚਲਾਉਂਦੇ ਆ, ਨਾ ਕਿ ਸਰਕਾਰਾਂ ਕੋਆਪਰੇਟ ਜਾਂ ਹੋਰ ਲੋਕਾਂ ਨੂੰ ਚਲਾਉਂਦੀਆਂ। ਇਸ ਦੇ ਨਾਲ ਤੁਸੀਂ ਵੀ ਸਹਿਮਤ ਹੋ? ਸਹਿਮਤ, ਬਿਲਕੁਲ ਠੀਕ ਹੈ। ਹੁਣ ਇੱਕ ਪੰਜਾਬੀ ਦੀ ਕਹਾਵਤ ਆ ਵੀ ਜਿਹਦੀ ਬਾਜਰੀ ਖਾਈਏ ਉਹਦੀ ਹਾਜ਼ਰੀ ਭਰਨੀ ਪੈਂਦੀ ਆ। ਹੁਣ ਤੁਸੀਂ ਕੱਲ ਉੱਥੇ ਮੀਟਿੰਗ ਦੇ ਵਿੱਚ ਗਏ, ਚਲੋ ਐਜੀਟੇਸ਼ਨ ਉੱਠਿਆ ਵਾਗਾ, ਸਰਕਾਰ ਕਾਂਗਰਸ ਦੀ ਆ, ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਐਨਡੀਏ ਦੀ ਸਰਕਾਰ ਆ, ਪਰ ਉੱਥੇ ਇੱਕ ਤੁਸੀਂ ਮੁੱਦਾ ਇਹ ਨਹੀਂ ਉਠਾਇਆ ਵੀ 2011 ਦੇ ਵਿੱਚ ਵੀ ਮਨਮੋਹਨ ਸਿੰਘ ਜੀ ਨੇ ਇਹ ਬਿੱਲ ਪਾਸ ਕਰ ਦੇਣਾ ਸੀ, ਐਤਕੀ ਵੀ ਚੋਣ ਮੈਨੀਫੈਸਟੋ ਦੇ ਵਿੱਚ ਸੀ, ਉਦੋਂ ਇਹਨਾਂ ਕੋਲੇ ਪੂਰੇ ਨਹੀਂ ਸੀਗੇ, ਨਾਲ ਦੇ ਦਲ ਨਹੀਂ ਮੰਨ ਰਹੇ ਸੀ, ਤਾਂ ਕਰਕੇ ਪੂਰਾ ਬਹੁਮਤ ਨਹੀਂ ਸੀ, ਤਾਂ ਕਰਕੇ ਨਹੀਂ ਪਾਸ ਹੋਇਆ। ਐਤਕੀ ਵੀ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹ ਗੱਲ ਵੀ ਨਹੀਂ ਉਠਾਈ ਵੀ ਤੁਸੀਂ ਵੀ ਉਹੋ ਜਿਹਾ, ਤੁਸੀਂ ਕਿੱਦਾਂ ਯਕੀਨ ਕਰੋਗੇ ਇਹਨਾਂ ਦੇ ਉੱਤੇ ਵੀ? ਨਹੀਂ ਦੇਖੋ, ਅਸੀਂ ਤਾਂ ਪਹਿਲਾਂ ਕਹਿ ਚੁੱਕੇ ਹਾਂ ਕਿ ਆਰਡੀਨੈਂਸ ਬੇਸ਼ੱਕ ਅੱਜ ਆਇਆ, ਪਰ ਇਹਨਾਂ ਦੀ ਜੜ ਤਾਂ 1990 ਤੋਂ ਲੈ ਕੇ ਹੈ, ਜਦੋਂ ਬੈਂਕਲ ਖਰੜਾ ਬਣ ਕੇ ਆਇਆ, ਗੈਰ ਸਮਝੌਤਾ ਬਣਿਆ। ਮੇਰੇ ਕਹਿਣ ਦਾ ਭਾਵ ਇਹ ਆ ਵੀ ਦੋਨੇ ਪਾਰਟੀਆਂ ਜਾਂ ਤਿੰਨੇ ਪਾਰਟੀਆਂ ਜਾਂ ਚਲੋ 2 ਪਾਰਟੀਆਂ ਗਈਆਂ ਮੇਨ ਜਿਹੜੀਆਂ ਸੈਂਟਰ ਦੀਆਂ, ਕਾਂਗਰਸ ਤੇ ਬੀਜੇਪੀ, ਇਹਨਾਂ ਦੋਨਾਂ ਤੇ ਯਕੀਨ ਕਿਵੇਂ ਕੀਤਾ ਜਾਊਗਾ? ਯਕੀਨ ਇਹਨਾਂ ਤੇ ਬਿਲਕੁਲ ਨਹੀਂ ਕੀਤਾ ਜਾ ਸਕਦਾ। ਇਹ ਦਾ ਪੇਚ ਹੈ ਇਹਨਾਂ ਦਾ ਕਿ ਕਿਸ ਮੁੱਦੇ ਤੇ ਕਦੋਂ ਵੋਟਾਂ ਮਿਲਦੀਆਂ। ਅੱਜ ਦੇਖੋ, ਪਹਿਲਾਂ ਬਗਰਾੜੀ ਵਾਲਾ ਮੁੱਦਾ ਕਿੰਨਾ ਭਖਿਆ ਪੰਜਾਬ ਦੇ ਵਿੱਚ, ਬਾਬਰੀ ਮਸਜਿਦ ਵਾਲਾ ਮੁੱਦਾ ਕਿੰਨਾ ਭਖਿਆ, ਅੱਜ ਸਾਰੇ ਮੁੱਦੇ ਦੱਬੇ ਗਏ। ਅੱਜ ਇੱਕੋ ਇੱਕ ਮੁੱਦਾ ਹੈ ਕਿ ਆਰਡੀਨੈਂਸ, ਇਹ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਸਾਰੀਆਂ ਹੀ ਵੋਟ ਪਾਰਟੀਆਂ ਤਰਲੋ ਮੱਛੀ ਹੋਈਆਂ ਕਿ ਇਹਦੇ ਤੇ ਵੋਟ ਬੈਂਕ ਕਿਵੇਂ ਬਣਾਇਆ ਜਾ ਸਕਦਾ। ਇਹ ਦੇਖੋ, ਇਹਨਾਂ ਦਾ ਭੁਲੇਖਾ ਇਹ ਕਿ ਲੋਕ ਸਾਨੂੰ, ਜੇ ਹੁਣ ਅਸੀਂ ਡਰਾਮੇਬਾਜ਼ੀਆਂ ਕਰਦੇ ਆ ਜਾਂ ਵਿਰੋਧ ਕਰਦੇ ਆ, ਲੋਕ ਸਾਡੇ ਮੰਗ ਲੱਗ ਲੈਣਗੇ। ਬਿਲਕੁਲ ਨਹੀਂ, ਵੋਟਰ ਬੜਾ ਹੁਣ ਚੇਤਨ ਹੋ ਚੁੱਕਿਆ ਹੈ, ਜਥੇਬੰਦੀਆਂ ਦੇ ਨਾਲ ਜੁੜ ਚੁੱਕਿਆ ਹੈ, ਜਥੇਬੰਦੀਆਂ ਫੈਸਲੇ ਕਰਦੀਆਂ ਕਿ ਕਿਹੜਾ ਮੈਨੀਫੈਸਟੋ ਕਿਸਾਨਾਂ ਦੇ ਪੱਖ 'ਚ ਜਾਂਦਾ, ਕਿਹੜਾ ਵਿਰੋਧ ਦੇ ਵਿੱਚ ਜਾਂਦਾ। ਪਹਿਲਾਂ ਦੇ ਮੁਕਾਬਲੇ ਬਹੁਤ ਵੱਡਾ ਫਰਕ ਪੈ ਚੁੱਕਿਆ ਹੈ ਜੀ। ਬੂਟਾ ਸਿੰਘ ਜੀ, ਇੱਕ ਗੱਲ ਇਹ ਵੀ ਹੈ ਵੀ ਜਿਹੜਾ ਇਹ ਘੋਲ ਆ, ਇਹ ਇੱਕ ਵੱਖਰੇ ਢੰਗ ਦੇ ਨਾਲ ਲੜਨਾ ਪਊਗਾ। ਜਿਹੜੇ ਪੁਰਾਣੇ ਘੋਲ ਆ, ਚਾਹੇ ਉਹ ਬਗਰਾੜੀ ਦਾ ਮੋਰਚਾ ਹੋਵੇ, ਚਾਹੇ ਉਹ ਕਿਸਾਨ ਯੂਨੀਅਨਾਂ ਦੇ ਹੋਰ ਘੋਲ ਹੋਣ, ਜਿਹੜੇ ਸਕਸੈਸ ਨਹੀਂ ਹੋਏ ਜਾਂ ਉਸ ਹਿਸਾਬ ਨਾਲ ਸਕਸੈਸ ਨਹੀਂ ਹੋਏ ਜਿਹੜੇ ਹਿਸਾਬ ਨਾਲ ਹੋਣੀ ਚਾਹੀਦੀ, ਇੱਕ ਵੱਖਰੀ ਰਣਨੀਤੀ ਦੇ ਨਾਲ ਚੱਲਣਾ ਪਊ, ਕਿਉਂਕਿ ਜਿਹੜਾ ਰਾਜ ਕਰਤਾ ਹੁੰਦਾ ਜਾਂ ਜਿਹੜਾ ਰਾਜਾ ਹੁੰਦਾ ਉਹ ਹਮੇਸ਼ਾ ਹੀ ਚਲਾਕ ਹੁੰਦਾ ਗਾ। ਦੇਖੋ, ਜਿਹੜੇ ਅੱਗੇ ਘੋਲ ਲੜੇ ਜਾ ਰਹੇ ਨਾ, ਉਹ ਕਿਸੇ ਕੁਛ ਮੰਗਾਂ ਨੂੰ ਲੈ ਕੇ ਲੜੇ ਜਾ ਸਕਦੇ ਸੀ। ਦੇਖੋ, ਫਸਲ ਦਾ ਭਾਅ ਘੱਟ ਹੈ, ਸਾਨੂੰ ਬਿਜਲੀ ਨਹੀਂ ਪੂਰੀ ਮਿਲ ਰਹੀ, ਅਜਿਹੇ ਮੁੱਦੇ ਹੁੰਦੇ ਆ ਜਿਹੜੇ ਚਲੰਤ ਮਾਮਲੇ ਹੁੰਦੇ ਆ। ਜਿਹੜਾ ਆਰਡੀਨੈਂਸਾਂ ਦਾ ਮਾਮਲਾ ਹੈ, ਇਹ ਅਸਲ ਦੇ ਵਿੱਚ ਕਿਸਾਨ ਦੀ ਜ਼ਿੰਦਗੀ ਮੌਤ ਦਾ ਸਵਾਲ ਆ। ਇਸ ਕਰਕੇ ਇਹ ਅਸੀਂ ਤਾਂ ਹੀ ਬਾਰ-ਬਾਰ ਕਹਿ ਰਹੇ ਹਾਂ ਕਿ ਇਹ ਇੱਕ ਪੂਰੀ ਵਿਉਂਤਬੰਦੀ ਦੇ ਨਾਲ ਲੜਿਆ ਜਾਊਗਾ। ਇਹਦਾ ਅਜੇ ਸਿਖਰ ਤੁਹਾਨੂੰ ਦਿਸਣਾ ਆਉਣ ਵਾਲੇ ਸਮਿਆਂ ਦੇ ਵਿੱਚ। ਸਾਨੂੰ ਪਤਾ, ਅਗਰ ਕੇਂਦਰ ਸਰਕਾਰ ਪਿੱਛੇ ਨਹੀਂ ਹਟਦੀ, ਕਾਨੂੰਨ ਬਣ ਗਏ, ਕਾਨੂੰਨ ਲਾਗੂ ਹੋਣੇ ਆ, ਤਾਂ ਅਗਲਾ ਜਿਹੜਾ ਕਾਰਪੋਰੇਟ ਘਰਾਣਿਆਂ ਦੀ ਤੁਸੀਂ ਗੱਲ ਕੀਤੀ ਹੈ, ਸਾਡੇ ਨਿਸ਼ਾਨੇ ਤੇ ਹੀ ਉਹ ਹੋਣਗੇ। ਜਿਵੇਂ ਰਿਲਾਇੰਸ ਕੰਪਨੀ ਇੱਥੇ ਮੋਗੇ ਦੇ ਵਿੱਚ ਕਣਕ ਖਰੀਦੀ ਆ, ਵੱਡੇ ਭੰਡਾਰ ਬਣਾਈ ਬੈਠੇ ਆ, ਨੈਸਲੇ ਹੈ, ਦੁੱਧ ਦਾ ਮਿਲਕ ਪਲਾਂਟ ਹੈ, ਇਵੇਂ ਜਿਵੇਂ ਇੱਧਰ ਪੈਪਸੀ ਹੈ ਸੰਗਰੂਰ ਦੇ ਵਿੱਚ, ਇਹ ਸਾਡੇ ਨਿਸ਼ਾਨੇ ਦੇ ਉੱਪਰ ਹੈ। ਵੱਡੇ ਵੱਡੇ ਮਾਲ ਆ ਇੱਥੇ, ਜਾਂ ਜਿਹੜੀ ਵੀ ਆ ਕੇ ਕੰਪਨੀ ਕੋਈ ਨਵਾਂ ਕੰਮ ਸ਼ੁਰੂ ਕਰੂਗੀ, ਇਹ ਮੋਰਚਾ ਉਧਰ ਨੂੰ ਸ਼ੇਤ ਹੋਊਗਾ ਕਿ ਅਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਪੈਰ ਨਹੀਂ ਲਾਉਣ ਦੇਵਾਂਗੇ। ਜਿਹੜੇ ਉਹਨੇ ਲੱਗੇ ਹੋਏ ਆ ਇਹ ਅਖੇੜਾਂਗੇ। ਅਸੀਂ ਚੇਤਾਵਨੀ ਦਿੱਤੀ ਆ, ਅੰਬਾਨੀ ਅਡਾਨੀ ਤੱਕ ਨਹੀਂ ਰਹੂਗਾ, ਹਾਂ, ਇੱਥੇ ਤੱਕ ਨਹੀਂ ਰਹੂਗਾ। ਇਹ ਕੱਲ ਅਸੀਂ ਇੱਕ ਟ੍ਰੇਲਰ ਦਿਖਾਇਆ, ਚੇਤਾਵਨੀ ਦਿੱਤੀ ਹੈ ਕਿ ਜੀਓ ਦੇ, ਰਿਲਾਇੰਸ ਦੇ ਸਾਰੇ ਜਿਹੜੇ ਸਿਮ ਵਗੈਰਾ ਉਹ ਕੱਟ ਸਿੱਟ ਦਿਓ, ਰੱਦ ਕਰ ਦਿਓ ਉਹਨਾਂ ਨੂੰ। ਹਾਂ, ਇਹਨਾਂ ਪੰਪਾਂ ਦੀ ਹੈ, ਪੰਪਾਂ ਤੋਂ ਤੇਲ ਨਾ ਪਾਓ ਜਣੀ,
ਕੋਈ ਵੀ ਹੋਰ ਇਹਨਾਂ ਦੀ ਕੰਪਨੀ ਦਾ ਮਾਲ ਆ ਉਹ ਨਾ ਖਰੀਦੋ। ਸਾਨੂੰ ਲੱਗਦਾ ਕਿ ਲੋਕ ਜਦੋਂ ਸਹਿਯੋਗ ਦੇਣ ਲੱਗੇ, ਸਾਨੂੰ ਰਿਪੋਰਟਾਂ ਮਿਲੀਆਂ ਕਿ ਵੱਡੀ ਪੱਧਰ ਤੇ ਜੀਓ ਦੇ ਤੇ ਰਿਲਾਇੰਸ ਦੇ ਸਿਮ ਜਿਹੜੇ ਨੌਜਵਾਨ ਘੱਟ ਸਿੱਟਣ ਲੱਗੇ ਆ। ਅਸੀਂ ਇਹ ਟ੍ਰੇਲਰ ਦਿਖਾ ਰਹੇ ਹਾਂ ਕਿ ਜੇ ਤੁਸੀਂ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਦੇ ਲੋਕਾਂ ਦਾ ਇੱਕ ਲੜਾਈ ਦਾ ਇਤਿਹਾਸ ਹੈ। ਪੰਜਾਬ ਦੇ ਲੋਕ ਇਹਨਾਂ ਨੂੰ ਮਾਫ ਨਹੀਂ ਕਰਦੇ ਹੁੰਦੇ। ਜੇ ਅੰਗਰੇਜ਼ਾਂ ਨੂੰ ਪੂਰੇ ਭਾਰਤ ਦੇ ਵਿੱਚੋਂ ਬਾਹਰ ਕੱਢ ਸਕਦੇ ਆ ਤਾਂ ਇਹ ਲੜਾਈ ਉਹੀ ਅੰਗਰੇਜ਼ ਨੇ, ਉਹ ਹੁਣ ਪਿੱਛੇ ਪਰਦੇ ਦੇ ਪਿੱਛੇ ਆ ਤੇ ਕੰਪਨੀਆਂ ਅੱਗੇ ਕੀਤੀਆਂ ਹੋਈਆਂ ਨੇ। ਮੈਂ ਕੱਲ ਬਾਪੂ ਬਲਕੌਰ ਸਿੰਘ ਜੀ ਦੀ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਵੀ ਦਿੱਲੀ ਦਾ ਤਖਤ ਤਾਂ ਬੜਾ ਹੌਲਾ ਹੈਗਾ, ਜਦੋਂ ਕਾਬਲ ਤੋਂ ਚੱਲ ਪਈ ਉਦੋਂ ਹੀ ਹਿੱਲਣ ਲੱਗ ਜਾਂਦਾ। ਕੱਲ ਤੁਹਾਨੂੰ ਲੱਗਦਾ ਵੀ ਐਤਕੀ ਹਿੱਲੂਗਾ ਦਿੱਲੀ ਦਾ ਤਖਤ? ਬਿਲਕੁਲ ਹਿੱਲੂਗਾ। ਜਿਹੇ ਜੇ ਮੋਦੀ ਨੇ ਫੈਸਲੇ ਲਏ ਆ ਹਿੱਲੂਗਾ ਕਿਉਂ ਨਹੀਂ। ਪਹਿਲਾਂ ਨੋਟਬੰਦੀ ਦਾ ਲਿਆ, ਉਸ ਤੋਂ ਬਾਅਦ ਮੁਸਲਮਾਨਾਂ ਦੇ ਵਿਰੋਧ ਦੇ ਵਿੱਚ ਫੈਸਲਾ ਲਿਆ, ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੈ। ਤਖਤੇ ਪਲਟਦੇ ਆਇਆ, ਪਲਟਦੇ ਰਹਿਣਗੇ। ਮੋਦੀ ਤਾਂ ਬੁਰੀ ਤਰ੍ਹਾਂ ਨਿਖੜੂਗਾ ਲੋਕਾਂ ਦੇ ਵਿੱਚੋਂ, ਕੋਈ ਮਤਲਬ ਨਹੀਂ ਹੈ, ਜੜਾਂ ਹੱਲ ਜਾਣਗੀਆਂ। ਤੁਸੀਂ ਕੱਲ ਇੱਕ ਬਿਆਨ ਵੀ ਦਿੱਤਾਗਾ ਵੀ ਇਹ ਕਿਸਾਨਾਂ ਦਾ ਲਾਕਡਾਊਨ ਆ ਮੋਦੀ ਸਾਹਿਬ, ਤੁਹਾਡਾ ਲਾਕਡਾਊਨ ਨਹੀਂ। ਪੰਜਾਬ ਦੀ ਜਿਹੜੀ ਨੌਜਵਾਨੀ ਤੁਹਾਨੂੰ ਸੁਣ ਰਹੀ ਹੈ, ਕੀ ਕਹਿਣਾ ਚਾਹੋਗੇ? ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੀ ਜਿਹੜੀ ਨੌਜਵਾਨੀ ਹੈ, ਜਿਹੜੀ ਇਹਨਾਂ ਨੇ ਕਰਾਹੇ ਪਾਈ ਹੋਈ ਆ, ਹੁਣ ਤੱਕ ਪੰਜਾਬ ਦੀ ਨੌਜਵਾਨੀ ਇਹ ਸੋਚਦੀ ਸੀ ਮੇਰੇ ਕੋਲੇ ਮੋਟਰਸਾਈਕਲ ਹੋਵੇ, ਮੇਰੇ ਕੋਲੇ ਚੰਗਾ ਮੋਬਾਈਲ ਹੋਵੇ, ਮੇਰੇ ਕੰਨ 'ਚ ਮੁਰਕੀ ਪਾਈ ਹੋਵੇ, ਨਸ਼ੇ ਨਾਲ ਮੌਜ ਮਸਤੀ ਰਹਿਣਾ ਹੋਵੇ। ਇਹਨਾਂ ਨੂੰ ਪਤਾ ਹੈ ਕਿ ਅਸਲ ਦੇ ਵਿੱਚ ਜੇ ਜਿਹੜੀ ਨੌਜਵਾਨ ਤਬਕਾ ਹੈ, ਜੇ ਉਹਨਾਂ ਨੂੰ ਕਰਾਹੇ ਪਾ ਦਈਏ ਤਾਂ ਜਿਹੜੇ ਵੱਡੀ ਉਮਰ ਦੇ ਲੋਕ ਹੈ ਉਹ ਕੁਛ ਤਾਂ ਵੈਸੇ ਸਿਆਣੇ ਹੋ ਜਾਂਦੇ ਆ ਤਾਂ ਲੜਨਗੇ ਨਹੀਂ। ਜਦੋਂ ਦਾ ਹੁਣ 25 ਦੇ ਬੰਦ ਦੇ ਵਿੱਚ ਜਿੱਡਾ ਵੱਡਾ ਨੌਜਵਾਨਾਂ ਦਾ ਹਿੱਸਾ ਆਇਆ, ਇਹਨਾਂ ਨੂੰ ਲੱਗਦਾ ਕਿ ਇੱਥੇ ਨਵੀਂ ਕਿਸਮ ਦੀ ਕ੍ਰਾਂਤੀ ਕੋਈ ਆ ਸਕਦੀ ਹੈ। ਇਹ ਪਹਿਲਾਂ ਕੈਪਟਨ ਨੇ ਪੁੱਠੇ ਸਿੱਧੇ ਬਿਆਨ ਦਿੱਤੇ, ਕੱਲ ਉਹਨੂੰ ਉਹਦਾ ਖੰਡਨ ਕਰਨਾ ਪਿਆ ਕਿ ਜਿਹੜਾ ਕਹਿੰਦਾ ਸੀ ISI ਦੇ ਸਾਰਿਆਂ ਤੇ ਇਹ ਚੱਲਦੇ ਆ। ਅਸੀਂ ਸਭ ਤੋਂ ਪਹਿਲਾਂ ਉਹਦਾ ਸਵਾਲ ਦਾ ਜਵਾਬ ਮੰਗੇ ਕਿ ਇਹਦਾ ਜਵਾਬ ਦਿਓ ਤੁਸੀਂ, ਇਹ ਸਾਨੂੰ ਤੁਸੀਂ ਕਿਸਾਨਾਂ ਨੂੰ ਸਮਝਦੇ ਕੀ? ਪੂਰੀ ਠੋਕ ਕੇ ਗੱਲ ਹੋਈ ਹੈ। ਹਾਂ, ਪੂਰੀ ਠੋਕ ਕੇ ਗੱਲ ਹੋਈ ਹੈ। ਉਹਨਾਂ ਨੇ ਖੰਡਨ ਕੀਤਾ ਕਿ ਮੈਂ ਇਹ ਨਹੀਂ ਕਿਹਾ, ਮੈਂ ਇਹ ਕਿਹਾ ਕਿ ਜਿਹੜਾ ਬੇਰੁਜ਼ਗਾਰ ਨੌਜਵਾਨ ਹੈ ਜਦੋਂ ਉੱਠ ਪੈਂਦਾ ਉਹ ਨਵੀਂ ਕ੍ਰਾਂਤੀ ਲੈ ਕੇ ਆਉਂਦਾ, ਇਸ ਕਰਕੇ ਮੈਂ ਇਹ ਨਹੀਂ ਕਿਹਾ। ਇਹ ਪ੍ਰੈਸ ਵਾਲਿਆਂ ਨੇ ਲਾਤਾ, ਅਖਬਾਰਾਂ ਵਾਲਿਆਂ ਨੇ ਲਾਤਾ। ਅਸੀਂ ਸਮਝਦੇ ਹਾਂ ਕਿ ਜਦੋਂ ਨੌਜਵਾਨ ਤਬਕਾ ਉੱਠ ਖੜੇ ਤਾਂ ਲਾਜ਼ਮੀ ਹੈ ਕਿ ਉਹ ਜਿਹੜਾ ਇਹ ਪ੍ਰਬੰਧ ਹੈ ਉਹਦੀਆਂ ਚੂੜਾਂ ਹਿਲਾ ਦਿੰਦਾ, ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਕੱਲ ਕਲਾਕਾਰ ਆਏ ਨੇ, ਗਾਇਕ ਆਏ ਨੇ ਸਾਡੀ, ਕਿਉਂਕਿ ਵੱਡਾ ਹਿੱਸਾ ਨੌਜਵਾਨਾਂ ਦਾ ਉਹਨਾਂ ਦੇ ਨਾਲ ਜੁੜਿਆ ਹੋਇਆ। ਉਹਨਾਂ ਨਾਲ ਅਸੀਂ ਕੱਲ ਇੱਕ ਮੀਟਿੰਗ ਕੀਤੀ ਆ। ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਲਿਖਣਾ, ਤੁਸੀਂ ਜਿਹੜਾ ਗਾਉਣਾ ਹੈ, ਉਹ ਇਹ ਨਾ ਹੋਵੇ ਕੱਲਾ ਬੰਦੂਕਾਂ ਵਾਲਾ ਹੋਵੇ, ਇਹ ਨਾ ਹੋਵੇ ਕਿ ਜੱਟ ਮੌਜਾਂ ਕਰਦਾ ਹੈ, ਜੱਟ ਦੀ ਹਾਲਤ ਕੀ ਹੈ, ਥੋੜਾ ਜਿਹਾ ਜੱਟ ਦੀ ਹਾਲਤ ਬਣੀ ਦੇਖ ਕੇ ਉਹੋ ਜਿਹਾ ਗਾਓ, ਉਹੋ ਜਿਹਾ ਲਿਖੋ। ਉਹਨਾਂ ਨੇ ਭਰੋਸਾ ਦਿੱਤਾ ਕਿ ਅੱਗੇ ਤੋਂ ਅਸੀਂ ਖਿਆਲ ਰੱਖਾਂਗੇ। ਜਿਵੇਂ ਫੋਰ ਟਰੈਕਟਰ ਵੇਚਿਆ ਰੋ ਰੋ ਕੇ, ਇਹੋ ਜਿਹੇ ਗੀਤ ਹੈ। ਕਿਸਾਨ ਪੱਖੀ ਵੀ ਹੈਗੇ, ਲੋਕ ਪੱਖੀ ਵੀ ਹੈਗੇ ਆ, ਪਰ ਜਿਹੜੇ ਕੱਲਾ ਗੰਦ ਪਾਉਣ ਵਾਲੇ ਆ ਉਹਨਾਂ ਨੂੰ ਅਸੀਂ ਨੇੜੇ ਨਹੀਂ ਉਤਰ ਢੁੱਕਣ ਦੇਵਾਂਗੇ। ਤੇ 7 ਮੈਂਬਰੀ ਕਮੇਟੀ ਅਸੀਂ ਬਣਾਈ ਹੈ, ਜਿਹਦੇ ਵਿੱਚ ਉਹ ਸਿੰਗਰ ਆਉਣਗੇ, 7 ਮੈਂਬਰ ਕਿਸਾਨ ਜਥੇਬੰਦੀਆਂ ਦੇ ਹੋਣਗੇ। 7 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਅਸੀਂ ਦੁਬਾਰਾ ਮੀਟਿੰਗ ਕਰਨ ਜਾ ਰਹੇ ਹਾਂ, ਪ੍ਰੈਸ ਕਾਨਫਰੰਸ ਵੀ ਕਰਾਂਗੇ, ਮੀਟਿੰਗ ਵੀ ਕਰਾਂਗੇ। ਅੱਗੇ ਜਿਹੜਾ ਰੇਲ ਰੋਕੋ ਦਾ ਪ੍ਰੋਗਰਾਮ ਹੈ 1 ਤੋਂ ਲੈ ਕੇ 7 ਤੱਕ ਦਾ, ਇੱਕ ਵਾਰ ਇਹ 7 ਵਾਲੇ ਦਿਨ ਨਵੀਂ ਰੂਪ ਰੇਖਾ ਉਹਨੂੰ ਅਸੀਂ ਦੇਵਾਂਗੇ ਜੀ। ਇੱਕ ਗੱਲ ਨਿਕਲ ਕੇ ਇਹ ਵੀ ਸਾਹਮਣੇ ਆ ਰਹੀ ਹੈ, ਸਾਡੀ ਕ੍ਰਾਂਤੀਕਾਰੀ ਜਿਹੜੇ ਪ੍ਰਧਾਨ ਨੇ ਸੁਰਜੀਤ ਸਿੰਘ ਫੂਲ ਕ੍ਰਾਂਤੀਕਾਰੀ ਯੂਨੀਅਨ ਦੇ, ਉਹਨਾਂ ਨਾਲ ਗੱਲਬਾਤ ਹੋਈ ਸੀ। ਉਹ ਕਹਿੰਦੇ ਵੀ ਇੱਕ ਗੱਲ ਇਹ ਵੀ ਆ ਰਹੀ ਹੈ ਵੀ ਉੱਪਰੋਂ ਹੁਕਮ ਆ ਚੁੱਕਿਆ ਰੇਲ ਵਿਭਾਗ ਨੂੰ ਵੀ ਰੇਲਾਂ ਪੰਜਾਬ 'ਚ ਅਣਮਿੱਥੇ ਸਮੇਂ ਲਈ ਬੰਦ ਕਰ ਦਿਓ, ਬੈਠੇ ਰਹਿਣ ਦਿਓ ਪਟੜੀਆਂ ਤੇ। ਇਹਦਾ ਪਲਾਨ BCD ਕੀ ਆ? ਬਿਲਕੁਲ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ। ਰੇਲਾਂ ਕਿਉਂ ਬੰਦ ਕੀਤੀਆਂ? ਜਿਹੜੀ ਮੈਂ ਪਹਿਲਾਂ ਗੱਲ ਕਰੀ ਹੈ ਕਿ ਨੌਜਵਾਨ ਤਬਕਾ ਉੱਠ ਖੜਿਆ, ਕਿਤੇ ਰੇਲਾਂ ਦੀ ਸਾੜ ਫੂਕ ਨਾ ਹੋਵੇ। ਨਹੀਂ ਚਲੋ ਉਹੀ ਗੱਲ ਹੈ, ਇਸ ਕਰਕੇ ਉਹਨਾਂ ਨੇ ਜਿੰਨੀਆਂ ਗੱਡੀਆਂ ਚੱਲਦੀਆਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਵਿੱਚ ਨਾ ਲਿਜਾਓ, ਬੰਦ ਕਰ ਦਿਓ। ਅਸਲ ਦੇ ਵਿੱਚ ਰੇਲਵੇ ਟਰੈਕ ਤੇ ਬੈਠਣ ਦਾ ਮਤਲਬ ਸੈਂਟਰ ਨਾਲ ਸੰਬੰਧ, ਸੈਂਟਰ ਨੂੰ ਦਿਖਾਉਣਾ ਹੈ ਕਿ ਇਹ ਰੇਲਵੇ ਪ੍ਰਬੰਧ ਸਾਰਾ ਸੈਂਟਰ ਦਾ। ਜੇ ਅਸੀਂ ਸੜਕਾਂ ਰੋਕਦੇ ਹਾਂ, ਮੂਹਰੇ ਝੋਨੇ ਦੀ ਆਮਦ ਆ ਗਈ, ਕਣਕ ਦੀ ਬਿਜਾਂਦ ਕਰਨੀ ਹੈ, ਝੋਨੇ ਦੀ ਢੋ ਢੁਆਈ ਕਰਨੀ ਹੈ, ਸੜਕਾਂ ਜਾਮ ਕਰਕੇ ਕਿਵੇਂ ਕੰਮ ਚੱਲੂਗਾ? ਸੜਕਾਂ ਵੀ ਜਾਮ ਕਰਾਂਗੇ ਜਦੋਂ ਟਾਈਮ ਆਊਗਾ। ਇੱਕ ਵਾਰ ਆਹ ਝੋਨਾ ਵੇਚਣਾ ਵੀ ਹੈ, ਫਸਲ ਵੀ ਬੀਜਣੀ ਹੈ, ਝੋਨਾ ਵੱਢਣਾ ਵੀ ਹੈ। ਉਹਨੂੰ ਦੇਖਦੇ ਹੋਏ ਕਿ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਜਿਉਂ ਦੀ ਤਿਉਂ ਪ੍ਰਚੰਡ ਰਹੇ। ਅਸੀਂ ਰੇਲਵੇ ਲਾਈਨਾਂ ਤੇ ਲੈ ਕੇ ਜਾ ਰਹੇ ਹਾਂ। ਅਗਰ ਇਹ ਲੱਗਿਆ ਸਾਨੂੰ ਕਿ ਰੇਲਵੇ ਲਾਈਨਾਂ ਚਲਾਉਣ ਦੀ ਕੋਸ਼ਿਸ਼ ਕਰਦੇ, ਬਿਲਕੁਲ ਨਹੀਂ ਖੋਲਾਂਗੇ। ਅਜਿਹਾ ਲਾਕਡਾਊਨ ਹੋਊਗਾ, ਯਾਦ ਰੱਖੂਗਾ ਮੋਦੀ। ਮੋਦੀ ਨੇ ਕਿਹੜਾ ਲਾਕਡਾਊਨ ਕੀਤਾ? ਲਾਕਡਾਊਨ ਤਾਂ ਪੰਜਾਬ ਦੇ ਵਿੱਚ ਹੋਣ ਜਾ ਰਿਹਾ। ਜੇ ਆਪਾਂ ਗੱਲ ਕਰਦੇ ਹਾਂ ਅਗਲੀ ਗੱਲ ਦੀ, ਅਗਲੀ ਗੱਲ ਇਹ ਆ ਵੀ ਜਿਹੜੀਆਂ ਪਾਰਟੀਆਂ ਆਈਆਂ, ਪਾਰਟੀਆਂ ਨੂੰ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਚਾਹੇ ਕੁਛ ਮਰਜ਼ੀ ਕਹੀ ਜਾਵੇ, ਇਹ ਵੀ ਇੱਕ ਸੱਚ ਆ ਵੀ ਪਾਰਟੀਆਂ ਨੂੰ 2022 ਦਿਖ ਰਿਹਾ ਹੈਗਾ। ਤੁਸੀਂ ਜਿਹੜੀ ਨਵੀਂ ਬਣੀ ਪਾਰਟੀ ਆਮ ਆਦਮੀ ਪਾਰਟੀ,
ਉਹਦੀ ਭੂਮਿਕਾ ਕਿਹੋ ਜੀ ਦੇਖੀ ਆ ਪਾਰਲੀਮੈਂਟ ਦੇ ਅੰਦਰ ਤੇ ਪਾਰਲੀਮੈਂਟ ਦੇ ਬਾਹਰ? ਕਿਉਂਕਿ ਬੜੇ ਸਾਰੇ ਲੋਕਾਂ ਦੇ ਆ ਰਹੇ ਸੀ ਵੀ ਲੋਕ ਕਾਲੀ ਕਾਂਗਰਸੀਆਂ ਨੂੰ ਤਾਂ ਉਹ ਕਰ ਰਹੇ ਆ, ਕਿਸਾਨ ਯੂਨੀਅਨ ਵਾਲੇ, ਆਮ ਆਦਮੀ ਪਾਰਟੀ ਤੇ ਕੋਈ ਕਮੈਂਟ ਨਹੀਂ ਕਰ ਰਹੇ। ਇਹਦੇ ਬਾਰੇ ਤੁਹਾਡਾ ਕੀ? ਦੇਖੋ 2 ਵਾਰੀ ਇਲੈਕਸ਼ਨ ਹੋ ਚੁੱਕੀ ਆ। ਹਾਂ, ਜੇ ਆਮ ਆਦਮੀ ਪਾਰਟੀ ਇੰਨੀ ਚੰਗੀ ਹੁੰਦੀ ਤਾਂ ਹੁਣ ਸਰਕਾਰ ਬਣ ਜਾਂਦੀ ਪੰਜਾਬ ਦੇ ਵਿੱਚ। ਦਿੱਲੀ ਦੇ ਵਿੱਚ ਸਰਕਾਰ ਬਣੀ ਆ। ਪੰਜਾਬ ਤਾਂ ਬਹੁਤ ਵੱਡਾ, 1 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਕਿਸਾਨਾਂ ਸਿਰ ਜੀ, ਤੇ ਦਿੱਲੀ ਦੇ ਨਾਲ ਤਾਂ ਪਿੰਡ ਹੀ ਥੋੜੇ ਜਿਹੇ ਆ। ਕੀ ਕੇਜਰੀਵਾਲ ਨੇ ਉਹਨਾਂ ਪਿੰਡਾਂ ਦਾ, ਕੁਝ ਗਿਣਤੀ ਦੇ ਪਿੰਡਾਂ ਦਾ ਕਰਜ਼ਾ ਮਾਫ ਕਰਤਾ। ਠੀਕ ਹੈ, ਵੋਟਾਂ ਦੇ ਲਈ ਕੁਝ ਲੋਕਾਂ ਨੂੰ ਸਹੂਲਤਾਂ ਦੇ ਕੇ, ਜਿਵੇਂ ਬਿਜਲੀ ਸਸਤੀ ਕਰਤੀ, ਕੁਛ ਉੱਥੇ ਪਾਣੀ ਜਿਹੜਾ ਲੋਕਾਂ ਦੇ ਪੀਣ ਵਾਲਾ ਸੀ ਉਹਦਾ ਸੁਚੱਜਾ ਢੰਗ ਕਰਤਾ, ਕੁਛ ਹਸਪਤਾਲਾਂ ਦਾ ਸੁਧਾਰ ਕਰਤਾ। ਅਸੀਂ ਕਹਿੰਦੇ ਤਾਂ ਹੋਣਾ ਚਾਹੀਦਾ, ਮੁੱਢਲੀਆਂ ਸਹੂਲਤਾਂ ਦੇ ਹੀ ਨਹੀਂ ਰਹੇ, ਲੋਕਾਂ ਨੂੰ ਮਿਲਣੀਆਂ ਚਾਹੀਦੀਆਂ। ਪਰ ਜਦੋਂ ਸਿਧਾਂਤਕ ਰੂਪ ਦੇ ਵਿੱਚ ਦੇਖਦੇ ਆ ਕਿ ਕੀ ਆਮ ਆਦਮੀ ਪਾਰਟੀ ਦਾ ਦੂਜੀਆਂ ਪਾਰਟੀਆਂ ਨੂੰ ਕੋਈ ਬਖਰੇਵਾ ਹੈ, ਤਾਂ ਬਿਲਕੁਲ ਨਹੀਂ ਹੈ। ਕਾਰਪੋਰੇਟ ਘਰਾਣਿਆਂ ਨੂੰ ਕਹਿੰਦੇ ਆ ਕਿ ਇਹ ਨਹੀਂ ਬਣਨ ਦੇਵਾਂਗੇ, ਬਿਲਕੁਲ ਨਹੀਂ ਹੈ। ਜਿਹੜਾ ਵਿਦੇਸ਼ੀ ਸਰਮਾਇਆ ਇੱਥੇ ਪਿਆ ਉਹਦੀ ਜ਼ਬਤ ਕਰਨ ਦੀ ਗੱਲ ਕਰਦੀਆਂ, ਨਹੀਂ ਕਰਨਗੇ। ਕੋਈ ਫਰਕ ਨਹੀਂ ਹੈ, ਅਸੀਂ ਦੇਖਦੇ ਹਾਂ ਕਿ ਕੋਈ ਫਰਕ ਨਹੀਂ ਹੈ ਜੀ। ਜੇ ਗੱਲ ਕਰਦੇ ਆ ਬਾਕੀ ਪਾਰਟੀਆਂ ਦੀ, ਕਾਲੀਆਂ ਦੀ ਤੇ ਕਾਂਗਰਸ ਵਾਲਿਆਂ ਦੀ, ਕੋਈ ਟਰੈਕਟਰ ਰੈਲੀ ਕੱਢੀ ਜਾਂਦਾਗਾ, ਕੋਈ ਕਹਿੰਦਾ ਚੰਡੀਗੜ੍ਹ ਨੂੰ ਚੱਲੀਏ, ਇਸ ਨੂੰ ਕਿਵੇਂ ਦੇਖ ਰਹੇ ਹੋ? ਕਿਸਾਨ ਯੂਨੀਅਨ ਦੇ ਨਾਲ ਉਹ ਆਉਣਗੇ, ਉਹਨਾਂ ਨੂੰ ਵੈਲਕਮ ਕਰੋਗੇ ਕਿ 31 ਕਿਸਾਨ ਯੂਨੀਅਨ ਦਾ ਇੱਕ ਏਜੰਡਾ ਗਾ ਵੀ ਕੋਈ ਪੋਲੀਟੀਕਲ ਪਾਰਟੀ ਨਹੀਂ ਆਊਗੀ ਸਾਡੇ ਵਿੱਚ, ਅਸੀਂ ਇਹ ਜੰਗ ਖੁਦ ਲੜਾਂਗੇ? ਦੇਖੋ, ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਲੜਦਿਆਂ ਨੂੰ ਸਾਨੂੰ 3 ਮਹੀਨਿਆਂ ਤੋਂ ਉੱਪਰ ਹੋ ਗਿਆ ਸਮਾਂ। ਸਾਰੀਆਂ ਪਾਰਟੀਆਂ ਚੁੱਪ ਰਹੀਆਂ। ਜਦੋਂ ਪੰਜਾਬ ਦੇ ਵਿੱਚ ਇੱਕ ਮਾਹੌਲ ਭਖ ਗਿਆ, ਮਾਹੌਲ ਬਣ ਗਿਆ, ਹੁਣ ਸਾਰੀਆਂ ਕਿਸਾਨ ਹਿੱਤੂ ਬਣ ਕੇ ਆ ਰਹੀਆਂ ਕਿ ਮੈਂ ਵੀ ਕਿਸਾਨ ਹਿੱਤੂ, ਮੈਂ ਵੀ ਕਿਸਾਨ ਹਿੱਤੂ। ਕੋਈ ਟਰੈਕਟਰਾਂ ਨੂੰ ਅੱਗ ਲਾ ਰਿਹਾ, ਕੋਈ ਕੁਛ ਕਰ ਰਿਹਾ। ਕੀ ਕਿਸਾਨ ਆਪਣੇ ਟਰੈਕਟਰ ਨੂੰ ਅੱਗ ਲਾਊਗਾ? ਜਿਹਨੂੰ ਪੁੱਤਾਂ ਨਾਲੋਂ ਪਿਆਰਾ। ਇਹ ਐਵੇਂ ਡਰਾਮੇਬਾਜ਼ੀਆਂ ਕਰ ਰਹੀਆਂ। ਅਸੀਂ ਫੈਸਲਾ ਕੀਤਾ ਕਿ ਅਗਰ ਜਿਹੜਾ ਲੋਕਾਂ ਦਾ ਮੁੱਢ ਵੱਜ ਗਿਆ, ਦੇਖੋ ਪਹਿਲਾਂ ਤਾਂ 31 ਜਥੇਬੰਦੀਆਂ ਦੇ ਵਿੱਚ ਹੀ ਕਾਫੀ ਸਾਡੇ ਮਤਭੇਦ ਆ, ਅਸੀਂ ਉਹ ਮਤਭੇਦਾਂ ਨੂੰ ਦੂਰ ਕੀਤਾ ਕਿ ਹਮਲਾ ਵੱਡਾ ਹੈ, ਮਤਭੇਦ ਛੋਟੇ ਆ, ਉਹ ਆਪਾਂ ਫੇਰ ਨਜਿੱਠਦੇ ਰਹਾਂਗੇ। ਇਸ ਮੁੱਦੇ ਤੇ ਇਕੱਠੇ ਹੋਵੋ। ਅਸੀਂ 31 ਜਥੇਬੰਦੀਆਂ ਇਸ ਮੁੱਦੇ ਤੇ ਇਕੱਠੀਆਂ ਹੋਈਆਂ। ਅਗਰ ਕੋਈ ਵੀ ਪਾਰਟੀ ਇਹਦੇ ਨਾਲ ਆ ਕੇ ਲਿੰਕ ਕਰਦੀ ਆ 31 ਜਥੇਬੰਦੀਆਂ ਨਾਲ, ਤਾਂ ਇਹ ਥੜਾ ਨਹੀਂ ਰਹੂਗਾ, ਖਿੰਡ ਜੂਗਾ ਇਹ ਜਣੀ, ਕਿਉਂਕਿ ਪਾਰਟੀਆਂ ਦਾ ਹੀ ਪਹਿਲਾਂ ਖਿੰਡਾਇਆ ਹੋਇਆ ਹੈ ਅਸਲ ਦੇ ਵਿੱਚ। ਇਸ ਕਰਕੇ ਅਸੀਂ ਫੈਸਲਾ ਕੀਤਾ ਕੋਈ ਵੀ ਪੋਲੀਟੀਕਲ ਪਾਰਟੀ ਦਾ ਲੀਡਰ ਕਿਸੇ ਵੀ ਸਟੇਜ ਤੇ ਬਿਲਕੁਲ ਨਹੀਂ ਬੋਲੂਗਾ। ਹਾਂ, ਕੋਈ ਆਉਂਦਾ ਆ ਗਏ ਮੰਗਰ ਬਹਿ ਜੇ ਲੋਕਾਂ ਦੇ ਵਿੱਚ, ਜੀ ਆਇਆਂ ਕਹਿ ਦਿਆਂਗੇ, ਇਹ ਤੋਂ ਵੱਧ ਕੁਛ ਨਹੀਂ। ਜਿਹੜਾ ਅਗਲਾ ਪਲਾਨ ਆ, ਹੁਣ ਤੁਸੀਂ ਪਲਾਨ ਕਰਿਆਗਾ ਵੀ ਰੋਡ ਜਾਮ ਕਰਨੇ ਆ ਜਾਂ ਅਦਾਰੇ ਜਾਮ ਕਰਨੇ ਆ, ਜਿਹੜੇ ਉੱਥੇ ਧਰਨੇ ਲਾਉਣੇ ਆ, ਪੰਪ ਹੋ ਗਏ ਜਾਂ ਰਿਲਾਇੰਸ ਦੇ ਮਾਲ ਹੋ ਗਏ ਜਾਂ ਨੈਸਲੇ ਵਗੈਰਾ ਕੰਪਨੀਆਂ ਹੋ ਗਈਆਂ, ਜਿਹੜਾ ਉਸ ਤੋਂ ਅਗਲਾ ਗਾ ਉਹਦੇ ਬਾਰੇ ਕੁਝ ਦੱਸਣਾ ਚਾਹੋਗੇ ਕਿ ਹਜੇ ਉਹਦਾ ਕੋਈ ਮੀਟਿੰਗ ਨਹੀਂ? ਉਹ ਦੇਖੋ, ਕੱਲਾ ਬੰਦਾ ਕੋਈ ਨਹੀਂ ਕੁਝ ਕਹਿ ਸਕਦਾ, ਕਿਉਂਕਿ ਨਾ ਹੀ ਉਹਦਾ ਫਾਇਦਾ ਹੁੰਦਾ। ਉਹ ਠੀਕ ਹੈ, ਅਸੀਂ ਆਪਣੀ ਜਥੇਬੰਦੀ ਵੱਲੋਂ ਅੰਦਰ ਖਾਤੇ ਆਪਣੀ ਕੀ ਪਲੈਨਿੰਗ ਬਣਾਈ ਆ, ਉਹ ਅਸੀਂ ਬਣਾਉਣੇ ਆ, ਹਰ ਇੱਕ ਜਥੇਬੰਦੀ ਬਣਾਉਂਦੀ ਹੈ। ਪਰ ਜਦੋਂ ਮੀਟਿੰਗ ਹੁੰਦੀ ਹੈ ਅਸੀਂ ਉੱਥੇ ਇਕੱਠੀ ਪਲੈਨਿੰਗ ਬਣਾਉਣੇ ਆ, ਉਹ ਲੀਕ ਆਊਟ ਵੀ ਨਹੀਂ ਕਰਦੇ, ਮੀਟਿੰਗ ਦੇ ਵਿੱਚ ਹੀ ਫਿਰ ਅਸੀਂ ਉਹਦਾ ਐਲਾਨ ਕਰਦੇ ਆ ਜੀ। ਹਾਂ, ਇਹ 7 ਤਰੀਕ ਨੂੰ ਨਵਾਂ ਐਲਾਨ ਅਸੀਂ ਕਰਾਂਗੇ ਜੀ। ਕੱਲ ਸਾਡੀ ਅਗਰਾਹਾਂ ਦੇ ਜਿਹੜੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਜੀ, ਉਹਨਾਂ ਨਾਲ ਮੁਲਾਕਾਤ ਹੋ ਰਹੀ ਸੀ। ਉਹ ਕਹਿੰਦਾ ਵੀ ਮੈਨੂੰ 35-40 ਸਾਲ ਹੋ ਗਏ ਵੀ ਇੰਨਾ ਯੂਥ ਜਾਂ ਇੰਨੇ ਨੌਜਵਾਨ ਕਦੇ ਨਹੀਂ ਆਏ ਸੀ, ਪਰ ਹੁਣ ਅਸੀਂ ਇਹਨਾਂ ਨੂੰ ਸੰਭਾਲਣਾ ਕਿਵੇਂ ਆ? ਫਿਰ ਅਸੀਂ ਇਹਨਾਂ ਨੂੰ ਹੌਲੀ-ਹੌਲੀ ਸਟੇਜਾਂ 'ਤੇ ਮੌਕਾ ਦੇਣ ਲੱਗਾਂਗੇ। ਇਹ ਜਾਗਰੂਕ ਹੋਣ ਲੱਗੇ ਨੇ, ਪਰ ਹੁਣ ਅਸੀਂ ਇਹਨਾਂ ਨੂੰ ਬੋਲਣ ਦੇ ਕਾਬਲ ਬਣਾਵਾਂਗੇ। ਇਹਨਾਂ ਨੂੰ ਲੀਡਰਾਂ ਨੂੰ ਕਿਵੇਂ ਟੈਕਲ ਕਰਨਾਗਾ ਜਾਂ ਹੋਰ ਚੀਜ਼ਾਂ ਨੂੰ ਕਿਵੇਂ ਟੈਕਲ ਕਰਨਾਗਾ, ਉਹ ਅਸੀਂ ਇਹਨਾਂ ਦੀ ਵਿਉਂਤਬੰਦੀ ਕਰ ਰਹੇ ਹਾਂ। ਹੌਲੀ-ਹੌਲੀ ਟਾਈਮ ਦੇਣ ਲੱਗਾਂਗੇ। ਤੁਹਾਡੀ ਜਥੇਬੰਦੀ ਦਾ ਵੀ ਇਦਾਂ ਪਲਾਨ ਚੱਲ ਰਿਹਾ, ਕਿਉਂਕਿ ਯੂਥ ਬਹੁਤ ਜੁੜ ਰਿਹਾ ਹੈਗਾ ਜਥੇਬੰਦੀਆਂ ਦੇ ਨਾਲ। ਦੇਖੋ, ਕੱਲਾ ਅਸੀਂ ਇਸ ਕਰਕੇ ਨਹੀਂ ਕਿ ਹੁਣ ਯੂਥ ਉੱਠ ਖੜਿਆ, ਹੁਣ ਅਸੀਂ ਇਹਨਾਂ ਨੂੰ ਕਿਵੇਂ ਸਾਂਭਗੇ। ਅਸੀਂ ਸਾਡੀ ਜਥੇਬੰਦੀ ਦੀ ਬਕਾਇਦਾ ਪਲੈਨਿੰਗ ਹੋਈ ਆ। ਪਹਿਲਾਂ ਅਸੀਂ ਯੂਥ ਦੇ ਯੂਨਿਟ ਬਣਾਇਆ, ਯੂਥ ਦੇ ਨੁਮਾਇੰਦੇ ਬਣਾਇਆ, ਔਰਤਾਂ ਦੇ ਯੂਨਿਟ ਬਣਾਇਆ, ਔਰਤਾਂ ਦੇ ਨੁਮਾਇੰਦੇ ਬਣਾਇਆ, ਤੇ ਅਸੀਂ ਹੌਲੀ-ਹੌਲੀ ਨਾਲ ਜਿਹੜੇ ਮਜ਼ਦੂਰ ਆ ਪਿੰਡਾਂ ਦੇ ਵਿੱਚ ਬੈਠੇ, ਉਹਨਾਂ ਦੇ ਵੀ ਯੂਨਿਟ ਬਣਾ ਕੇ ਜਥੇਬੰਦੀਆਂ ਹੇਠ ਲਿਆ ਕੇ ਅਸੀਂ ਚਾਹੁੰਦੇ ਹਾਂ ਕਿ ਇੱਕ ਅਜਿਹਾ ਕਿਰਤੀਆਂ ਦਾ ਮੋਰਚਾ ਬਣੇ ਜਿਹੜਾ ਮਤਲਬ ਸਮੁੱਚਾ ਸਾਂਝਾ ਹੋਵੇ ਸਭ ਦਾ। ਇਹ ਪਲੈਨਿੰਗ ਹੈ ਸਾਡੀ। ਤੇ ਆਪ ਮੁਹਾਰਤ ਆ ਜਿਹੜੀ ਯੂਥ ਦੇ ਵਿੱਚ, ਉਹਨੂੰ ਕੰਟਰੋਲ ਕਰਨ ਦੇ ਲਈ ਅਸੀਂ ਬਕਾਇਦਾ ਡਿਊਟੀਆਂ ਲਾਈਆਂ ਹੋਈਆਂ। ਕੱਲ ਵੀ ਅਸੀਂ ਗੱਲ ਕੀਤੀ ਹੈ, ਸਿੰਗਰਾਂ ਦੇ ਨਾਲ ਵੀ ਗੱਲ ਕੀਤੀ ਹੈ ਕਿ ਜਿਹੜਾ ਪਹਿਲਰ ਕੋਈ ਪ੍ਰੋਗਰਾਮ ਕਰਦੇ ਹੋ ਨਾ ਕਰੋ, ਜਿਵੇਂ ਸ਼ੰਭੂ ਦੇ ਵਿੱਚ ਕਰਿਆ ਸੀ ਇਹਨਾਂ ਨੇ। ਉੱਥੇ ਬਹੁਤ ਕਿਸਮ ਦੇ ਖਾਲਿਸਤਾਨ ਦੇ ਨਾਅਰੇ ਲੱਗੇ, ਹੋਰ ਕੁਝ ਹੋ ਗਿਆ। ਜਾਣੀ ਇਹਨੂੰ ਕਿਸੇ ਪਾਸੇ ਨੂੰ ਐਜੀਟੇਸ਼ਨ ਨੂੰ ਧਲਕਾਇਆ ਨਾ ਜਾਵੇ, ਇਹਦੇ ਤੇ ਅਸੀਂ ਪੂਰੀ ਨਿਗਾਹ ਰੱਖ ਕੇ ਚੱਲ ਰਹੇ ਹਾਂ। ਜਿਹੜੀ ਕਲਾਕਾਰਾਂ ਦੇ ਨਾਲ ਮੀਟਿੰਗ ਆ, ਉਹ ਪੂਰੀ ਸਫਲ ਰਹੀ? ਹਾਂ, ਸਫਲ ਰਹੀ। ਇੱਕ ਵਾਰ ਤਾਂ ਦੇਖੋ, ਉਹ ਨਵੇਂ ਆ, ਉਹਨਾਂ ਕੋਲ ਕੋਈ ਤਜਰਬਾ ਨਹੀਂ ਹੈ। ਸਾਡੇ ਤਾਂ ਦਾੜੀਆਂ ਕਾਲੀਆਂ ਸੀ ਤੇ ਅੱਜ ਪੂਰੀਆਂ ਚਿੱਟੀਆਂ ਹੋ ਗਈਆਂ ਜੀ। ਕਿਸੇ ਨੂੰ 35 ਸਾਲ ਹੋ ਗਏ, ਕਿਸੇ ਨੂੰ 40 ਸਾਲ ਹੋ ਗਏ। ਤਜਰਬਿਆਂ ਵਿੱਚੋਂ ਦੀ ਲੰਘੇ ਹੋਏ ਆ, ਘੋੜਾਂ ਵਿੱਚ ਲੰਘ ਕੇ ਬੜੇ ਕੇਸ ਬਣੇ ਆ।
ਆਮ ਲੋਕ ਜਦੋਂ 751 ਦਾ ਕੇਸ ਬਣ ਜਾਂਦਾ ਉਹ ਡਰ ਜਾਂਦੇ ਆ ਕਿ ਕੀ ਹੋ ਗਿਆ। ਮੇਰੇ ਉੱਪਰ 307 ਦੇ ਘੱਟੋ ਘੱਟ 15 ਕੇਸ ਇਦੋਂ ਪਹਿਲਾਂ ਪੰਜਾਬ ਸਰਕਾਰ ਪਾ ਚੁੱਕੀ ਹੈ। ਝੂਠੇ ਹੁੰਦੇ ਆ, ਝੂਠਿਆਂ ਦੇ ਵਿੱਚੋਂ ਅਸੀਂ ਬਰੀ ਹੋ ਜਾਂਦੇ ਆ ਜਾਂ ਫਿਰ ਵਾਪਸ ਲੈ ਜਾਂਦੇ ਆ। ਘੱਟੋ ਘੱਟ ਇਹੋ ਜਿਹੇ ਕੇਸ ਹੋਰ 307 ਨੂੰ ਕੁੱਲ ਮਿਲਾ ਕੇ ਤਾਂ 50 ਕੇਸਾਂ ਤੋਂ ਉੱਪਰ FIR ਮੇਰੇ ਤੋਂ ਦਰਜ ਕੀਤੀ ਹੋਈ ਹੈ। ਅਸੀਂ ਇਹਨਾਂ ਤੋਂ ਘਬਰਾਉਂਦੇ ਨਹੀਂ ਹਾਂ, ਤਜਰਬੇ ਵਿੱਚੋਂ ਲੰਘੇ ਹੋਏ ਆ ਕਿ ਬਣਦੇ ਹੁੰਦੇ ਆ ਤੇ ਇਹ ਸਰਕਾਰਾਂ ਵਾਪਸ ਵੀ ਲੈ ਲੈਂਦੀਆਂ। ਜਿਵੇਂ ਹੁਣ ਕੈਪਟਨ ਨੇ ਪਹਿਲਾਂ ਕਿਹਾ ਕਿ 5 ਬੰਦਿਆਂ ਤੋਂ ਵੱਧ ਮੈਂ ਬੰਦੇ ਨਹੀਂ ਇਕੱਠੇ ਹੋਣ ਦੇਣੇ। ਕਰੋਨਾ ਹੈ, ਕਰੋਨਾ ਦਾ ਕਰਕੇ ਮਹਾਮਾਰੀ ਫੈਲੀ ਹੋਈ ਹੈ। ਅਸੀਂ ਐਲਾਨ ਕੀਤਾ ਕਿ ਅਸਲ ਦੇ ਵਿੱਚ ਕਰੋਨਾ ਦੀ ਆੜ ਦੇ ਹੇਠ ਪੰਜਾਬ ਸਰਕਾਰ ਨੇ ਆਹਲੂਵਾਲੀਆ ਕਮੇਟੀ ਬਣਾ ਕੇ 40,000 ਮੁਲਾਜ਼ਮਾਂ ਦੀਆਂ ਨੌਕਰੀਆਂ ਰੱਦ ਕਰਤੀਆਂ। ਕੈਪਟਨ ਸਰਕਾਰ ਨੇ 3 ਆਰਡੀਨੈਂਸ ਪਾਸ ਕਰਤੇ। ਅਸੀਂ ਵੱਡੀਆਂ ਰੈਲੀਆਂ ਕੀਤੀਆਂ, ਪਹਿਲਾਂ 5 ਮਾਲਵੇ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ, ਮਾਝੇ 'ਚ ਕੀਤੀਆਂ, ਦੁਆਬੇ 'ਚ ਕੀਤੀਆਂ, ਅਸੀਂ ਬਰਨਾਲੇ ਬਹੁਤ ਵੱਡੀ ਰੈਲੀ ਕੀਤੀ ਹੈ। ਅਸੀਂ ਇਹ ਤੋੜਨ ਖਾਤਰ ਦਫਾ 44 ਕਿ ਦਫਾ 44 ਨਹੀਂ ਰਹਿਣ ਦੇਣੀ, ਫੇਰ ਹੀ ਲੜਿਆ ਜਾਊਗਾ। ਅਸੀਂ 20,000 ਦਾ ਇਕੱਠ ਕੀਤਾ ਉੱਥੇ ਤੇ ਇਸ ਕਰਕੇ ਅੱਜ ਫਿਰ ਉਸ ਤੋਂ ਬਾਅਦ ਨਾਲ ਹੀ ਕੈਪਟਨ ਦਾ ਬਿਆਨ ਆ ਗਿਆ ਕਿ ਜਿਹੜੇ ਲੋਕ ਕਰੋਨਾ ਤੋਂ ਨਹੀਂ ਡਰਦੇ ਉਹ ਆਪਣੀ ਮੌਤ ਨੂੰ ਗਲੇ ਲਾ ਕੇ ਵੀ ਸੜਕਾਂ ਤੇ ਆਉਂਦੇ ਆ। ਇੱਥੇ ਕੋਈ ਦਫਾ 44 ਨਹੀਂ ਤੇ ਜਿਹੜੇ ਕੇਸ ਆ ਮੈਂ ਵਾਪਸ ਲਊਂਗਾ। ਜਿਹੜਾ ਨਵਾਂ ਬੰਦਾ ਉਹ ਘਬਰਾ ਜਾਂਦਾ ਕਿ ਇਹਨਾਂ ਨੂੰ ਵੀ ਕਿਵੇਂ ਪੜਾਅ ਹੈ, ਕਿਵੇਂ। ਹੁਣ ਕੱਲ ਸਿੰਗਰ ਇਸ ਗੱਲ ਤੇ ਜ਼ੋਰ ਦਿੰਦੇ ਸੀ ਕਿ ਦਿੱਲੀ ਨੂੰ ਚੱਲੀਏ, ਪਾਰਲੀਮੈਂਟ ਘੇਰ ਗਏ। ਦੇਖੋ ਰੇਲਾਂ ਬੰਦ ਆ, ਠੀਕ ਹੈ, ਤੇ ਕਿੱਡੀ ਦੂਰ ਪੈਂਦੀ ਹੈ ਸਾਨੂੰ ਦਿੱਲੀ। ਕਿਸੇ ਵੀ ਜਥੇਬੰਦੀ ਕੋਲੇ ਇੰਨਾ ਫੰਡ ਨਹੀਂ ਹੈ ਕਿ ਉਹ ਬੱਸਾਂ ਵਾਲਿਆਂ ਨੂੰ ਕਿਰਾਏ ਤੇ ਬੱਸਾਂ ਕਰਾ ਕੇ ਦਿੱਲੀ ਲੈ ਜੇ। ਇਹ ਸਹਿਜ ਮਤੇ ਨਾਲ ਲੜਿਆ ਜਾਂਦਾ ਕਿ ਕਿਹੜਾ ਪੜਾ ਕਦੋਂ ਠੀਕ ਆਉਂਦਾ। ਦਿੱਲੀ ਜਾ ਕੇ ਅਸੀਂ ਨਾਲ ਬਜਾਂਦ ਵੀ ਕਰਨੀ ਆ, ਝੋਨਾ ਵੀ ਸਾਹਮਣਾ, ਕੰਮ ਵੀ ਨੇ ਸਾਡੇ। ਕੱਲ ਅਗਰਾਹਾਂ ਦੇ ਪ੍ਰਧਾਨ ਨੇ ਇੱਕ ਗੱਲ ਕਹੀ ਹੈ ਵੀ ਅਸੀਂ ਦਿੱਲੀ ਨਹੀਂ ਆਂਦੇ, ਦਿੱਲੀ ਨੂੰ ਇੱਥੇ ਲੈ ਕੇ ਆਵਾਂਗੇ। ਆਊਗੀ ਦਿੱਲੀ ਇੱਥੇ? ਬਿਲਕੁਲ ਨਹੀਂ। ਦੇਖੋ ਇਹੀ ਤਾਂ ਮਤਭੇਦ ਨੇ। ਕੋਈ ਕਹਿੰਦਾ ਦਿੱਲੀ ਇੱਥੇ ਜਾਊਗੀ, ਕੋਈ ਕਹਿੰਦਾ ਦਿੱਲੀ 'ਚ ਜਾ ਕੇ ਕੁਛ ਕੀਤਾ ਜਾ ਸਕਦਾ। ਇਹੀ ਮਤਭੇਦ ਹੁੰਦੇ ਨੇ, ਹੋਰ ਨਹੀਂ ਮਤਭੇਦ। ਹੋਰ ਕਿਹੜਾ ਅਸੀਂ ਰਾਜ ਕਰਨਾ ਕਿ ਸਾਡੇ ਉਹ ਮਤਭੇਦ ਨੇ। ਕਈ ਜਥੇਬੰਦੀਆਂ ਨਹੀਂ ਜਾਂਦੀਆਂ ਦਿੱਲੀ, ਕਈ ਜਥੇਬੰਦੀਆਂ ਜਾਂਦੀਆਂ ਦਿੱਲੀ ਨੂੰ। ਅਸੀਂ ਜਥੇਬੰਦੀ ਦੇਖੋ ਉਹ ਮੰਨੇਗੇ ਵੀ ਅਸੀਂ ਹੋ ਸਕਦਾ ਵੀ ਕੱਲ ਨੂੰ ਜਾਈਏ, ਪਰ ਅਸੀਂ ਸਾਡੀ ਪਹਿਲੀ ਕੋਸ਼ਿਸ਼ ਇਹ ਆ ਵੀ ਅਸੀਂ ਦਿੱਲੀ ਨੂੰ ਇੱਥੇ ਲੈ ਕੇ ਆਈਏ, ਦਿੱਲੀ ਨੂੰ ਗੋਡਿਆਂ ਤੇ ਬਿਠਾ ਦਈਏ। ਦੇਖੋ ਕੇਂਦਰ ਸਰਕਾਰ ਨੇ ਆਰਡੀਨੈਂਸ ਪਾਸ ਕੀਤੇ ਆ, ਪੂਰੇ ਭਾਰਤ ਦਾ ਮਾਮਲਾ। ਇੱਕ ਪੰਜਾਬ ਦੀ ਜਥੇਬੰਦੀ ਕੋਈ ਕਹੇ ਮੈਂ ਦਿੱਲੀ ਨੂੰ ਇੱਥੇ ਘੜੀਸ ਲਿਆਉਂ, ਇਹ ਗਲਤ ਫਹਿਮੀ ਹੈ। ਅਸੀਂ ਪੂਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਨੂੰ ਇਕੱਠੀਆਂ ਕਰ ਰਹੇ ਹਾਂ। 250 ਦੇ ਕਰੀਬ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਅਸੀਂ ਪੂਰੇ ਮੁਲਕ ਪੱਧਰਾ ਸੱਦਾ ਦੇਵਾਂਗੇ ਕਿ ਆਓ ਦਿੱਲੀ ਨੂੰ ਘੇਰ ਕੇ। ਅਸੀਂ ਸਫਲ ਵੀ ਹੋਵਾਂਗੇ ਉਹਦੇ ਵਿੱਚ। ਜੇ ਹੁਣ ਆਪਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਜਾਣ ਦੀ, ਇਹ ਵੀ ਗੱਲ ਕਹਿੰਦੇ ਉੱਠੀ ਆ, ਇਹਦੇ ਬਾਰੇ ਕੀ ਰਾਏ ਆ ਤੁਹਾਡੀ? ਦੇਖੋ ਇਹ ਸਰਕਾਰ ਦਾ ਕੰਮ ਆ। ਉਹ ਅਸੈਂਬਲੀ ਇਜਲਾਸ ਸੱਦ ਕੇ ਉਹ ਮਤੇ ਨੂੰ ਰੱਦ ਕਰੇ। ਉਹ ਸੁਪਰੀਮ ਕੋਰਟ ਦੇ ਵਿੱਚ ਕੀ ਇਹਦੇ ਕਾਨੂੰਨੀ ਪੱਖ ਹੈ ਉਹਨਾਂ ਨੂੰ ਚੈਲੰਜ ਕਰੇ। ਇਹ ਸਰਕਾਰਾਂ ਦਾ ਕੰਮ ਹੈ, ਕਰਨ। ਜੇ ਉਹਨਾਂ ਨੂੰ ਲੱਗਦਾ ਕਿ ਕੀਤਾ ਜਾ ਸਕਦਾ ਕਰਨ। ਪਰ ਬਹੁਤੀ ਅਸੀਂ ਝਾਕ ਨਹੀਂ ਰੱਖਦੇ ਇਹਨਾਂ ਅਦਾਲਤਾਂ ਤੋਂ, ਇਹਨਾਂ ਕੋਰਟਾਂ ਤੋਂ। ਕੋਰਟਾਂ ਇਨਸਾਫ ਨਹੀਂ ਕਰਦੀਆਂ, ਕੋਰਟਾਂ ਫੈਸਲੇ ਕਰਦੀਆਂ। ਆ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਬਿਲਕੁਲ ਝੂਠੇ ਕੇਸ ਦੇ ਵਿੱਚ, ਸੁਪਰੀਮ ਕੋਰਟ ਨੇ ਸੁਣਾਈ। ਸੁਪਰੀਮ ਕੋਰਟ ਦੇ ਜੱਜਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਬੰਦਾ ਨਿਰਦੋਸ਼ ਫਸ ਰਿਹਾ। ਪਰ ਅਗਾਹ ਕੀ ਕਹਿੰਦੇ ਆ, ਮੌਕਾ ਵਾਰਦਾਤ ਕੀ ਕਹਿੰਦੀ ਹੈ, ਪੁਲਿਸ ਨੇ ਕੀ ਲਿਖਤਾ, ਫੈਸਲਾ ਬਣਦਾ, ਫੈਸਲਾ ਸੁਣਾ ਦਿੰਦੀਆਂ। ਫੈਸਲੇ ਉੱਥੇ ਲਮਕਦੇ ਵੀ ਹੈ। ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਕਿੰਨੇ ਸਾਲ ਹੋ ਗਏ ਲਮਕਦਿਆਂ ਨੂੰ। ਆਹ ਹੁਣ ਜਿਹੜਾ ਬਾਬਰੀ ਰਾਮ ਮੰਦਿਰ ਦਾ ਸੀਗਾ ਮੁੱਦਾ, ਕਿੰਨੇ ਚਿਰ ਹੋ ਗਏ ਲਿਖਦੇ ਨੂੰ। ਪਰ ਮੋਦੀ ਸਰਕਾਰ ਨੇ ਉਹਨਾਂ ਦੀ ਬਾਹ ਨੂੰ ਗੇੜਾ ਦੇ ਕੇ ਤਾਂ ਕਰਾ ਲਿਆ ਆਪਦੇ ਪੱਖ ਦੇ ਵਿੱਚ ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟਾਂ ਕੋਈ ਟੁੱਟੀਆਂ ਨਹੀਂ ਹੋਈਆਂ ਇਹਦੇ ਨਾਲੋਂ, ਇਹ ਲੋਕਾਂ ਨੂੰ ਭੁਲੇਖੇ ਪਾਏ ਹੋਏ ਨੇ। ਜੇ ਮੋਦੀ ਸਰਕਾਰ ਨਹੀਂ ਚਾਹੁੰਦੀ ਤਾਂ ਸੁਪਰੀਮ ਕੋਰਟ ਨਹੀਂ ਕਰੂਗੀ। ਪਰ ਇਹਦੇ ਵਿੱਚ ਬੂਟਾ ਸਿੰਘ ਜੀ ਇੱਕ ਹੋਰ ਗੱਲ ਵੀ ਹੈ, ਜੇ ਪੰਜਾਬ ਸਰਕਾਰ ਉੱਥੇ ਕੇਸ ਹਾਰਦੀ ਆ ਫਿਰ ਸਰਕਾਰ ਕਿਸਾਨਾਂ ਦੇ ਨਾਲ ਕਿਵੇਂ ਖੜੂਗੀ? ਇਹ ਵੀ ਗੱਲ ਆ, ਕਿਉਂਕਿ ਜੋ ਕੇਸ ਹੀ ਹਾਰ ਗਏ ਉਹ ਕਹਿਣਗੇ ਵੀ ਇਹ ਤਾਂ। ਦੇਖੋ ਇਹ ਸਰਕਾਰ ਦੇ 2 ਸਾਲ ਰਹਿ ਗਏ ਆ, ਠੀਕ ਹੈ। ਉਦੋਂ ਤੱਕ ਇਹਦਾ ਮਾਮਲਾ ਇਹਦੇ ਨਾਲ ਜੁੜਿਆ ਹੋਇਆ। ਜੇ ਸਰਕਾਰ ਬਦਲ ਜਾਂਦੀ ਇਹਨਾਂ ਲਈ ਚਾਹੇ 4 ਕਾਨੂੰਨ ਹੋਰ ਲਾਗੂ ਹੋ ਜਾਣ। ਇਹ ਤਾਂ ਜਥੇਬੰਦੀਆਂ ਨੇ ਸੋਚਣਾ। ਇਸੇ ਕਰਕੇ ਅਸੀਂ ਕਹਿੰਦੇ ਕਿ ਲੜਾਈ ਇਹ ਲੰਬੀ ਹੈ। ਇਹ ਸਾਲ ਜਾਂ 2 ਸਾਲ ਦੀ ਲੜਾਈ ਨਹੀਂ, ਕਿਉਂਕਿ ਅਸਲ ਦੇ ਵਿੱਚ ਨਾ ਇਹਨਾਂ ਕਾਨੂੰਨਾਂ ਨੂੰ ਦੇਖਣਾ ਕਿਵੇਂ ਚਾਹੀਦਾ। ਇੱਕ ਪਹਿਲਾਂ ਬਾਬੇ ਨਾਨਕ ਨੇ ਖੇਤੀ ਮਾਡਲ ਲੈ ਕੇ ਆਂਦਾ ਇੱਥੇ, ਜਿਹੜਾ ਕਰਤਾਰਪੁਰ ਦੀ ਧਰਤੀ ਤੋਂ ਹਲ ਦਾ ਮੁੰਨਾ ਫੜ ਕੇ ਉਹਨੇ ਖੇਤੀ ਕਰਨ, ਪੂਰੇ ਸਮਾਜ ਨੂੰ ਲਾਇਆ ਕਿ ਕਿਰਤ ਕਰੋ ਜੀ। ਸਾਰੇ ਲੋਕ ਲੱਗੇ, ਉਹ ਦੇਸੀ ਖੇਤੀ ਸਾਡੀ ਚੱਲੀ ਜੀ। ਦੇਸੀ ਬੀਜ, ਦੇਸੀ ਖਾਦ, ਦੇਸੀ ਸੰਦ, ਸਾਰੇ। ਕੋਈ ਟਰੈਕਟਰ ਨਹੀਂ ਸੀ, ਇੰਜਨ ਨਹੀਂ ਸੀ, ਮਸ਼ੀਨਰੀ ਨਹੀਂ ਸੀ, ਮੋਟਰ ਨਹੀਂ ਸੀ, ਕੁਛ ਨਹੀਂ ਸੀਗਾ। ਅਸੀਂ ਨਿਰਭਰ ਸੀ ਪਿੰਡਾਂ ਦੇ ਉੱਪਰ।
ਪਿੰਡ ਦੇ ਵਿੱਚੋਂ ਲੇਬਰ ਅਸੀਂ ਲੈ ਕੇ ਜਾਣੀ, ਖੇਤਾਂ ਦੇ ਵਿੱਚ ਕਿਸੇ ਨੂੰ ਦਾਣੇ ਦੇ ਦੇਣੇ, ਕੱਪੜੇ ਸਮਾਉਣੇ ਉਹਨੂੰ ਦਾਣੇ ਦੇ ਦੇਣੇ, ਜੁੱਤੀ ਸਮਾਉਣੀ ਉਹਨੂੰ ਦਾਣੇ ਦੇ ਦੇਣੇ, ਸੰਦ ਬਣਾਉਣੇ ਉਹਨੂੰ ਦਾਣੇ ਦੇ ਦੇਣੇ। ਅਸੀਂ ਆਤਮ ਨਿਰਭਰ ਸੀ ਪਿੰਡਾਂ ਤੇ। ਜਿਹੜਾ ਹੁਣ ਮੋਦੀ ਬਕਵਾਸ ਕਰ ਰਿਹਾ ਨਾ ਕਿ ਭਾਰਤ ਆਤਮ ਨਿਰਭਰ ਹੋਊਗਾ, ਇਹ ਕੁਛ ਵੀ ਨਹੀਂ ਹੈ, ਉਹਦੀਆਂ ਡਰਾਮੇਬਾਜ਼ੀਆਂ। ਭਾਰਤ ਆਤਮ ਨਿਰਭਰ ਹੋ ਹੀ ਨਹੀਂ ਸਕਦਾ, ਕਿਉਂਕਿ ਕਿਤੇ ਚਾਹ ਹੁੰਦੀ ਹੈ, ਕਿਤੇ ਕਣਕ ਹੁੰਦਾ ਹੈ, ਕਿਤੇ ਝੋਨਾ ਹੁੰਦਾ ਹੈ, ਕਿਤੇ ਕੋਲੇ ਦੀਆਂ ਖਾਣਾ, ਕਿਤੇ ਕੁਛ ਹੈ, ਕਿਤੇ ਕੁਛ ਹੈ। ਇਹ ਆਤਮ ਨਿਰਭਰ ਕਿਵੇਂ ਹੋ ਜਾਊਗਾ? ਹੋ ਹੀ ਨਹੀਂ ਸਕਦਾ। ਪਰ ਸਾਡਾ ਜਿਹੜਾ ਉਦੋਂ ਦੀ ਖੇਤੀ ਸੀ ਉਹ ਆਤਮ ਨਿਰਭਰਤਾ ਵਾਲੀ ਸੀ। ਉਹ ਜਿਹੜਾ ਮਾਡਲ ਸੀ, ਉਹ ਮਾਡਲ ਹਰੇ ਇਨਕਲਾਬ ਨੇ, ਜਦੋਂ ਇੱਥੇ ਪੂਰੇ ਭਾਰਤ ਦੇ ਲਈ ਅਨਾਜ ਪੈਦਾ ਨਹੀਂ ਸੀ ਹੋ ਰਿਹਾ, ਥੋੜਾ ਹੁੰਦਾ ਸੀ। ਵਿਦੇਸ਼ਾਂ ਅੱਗੇ ਇੰਦਰਾ ਗਾਂਧੀ ਠੂਠਾ ਚੱਕੀ ਫਿਰਦੀ ਸੀ ਕਿ ਸਾਡੇ ਕੋਲੇ ਸਾਲ ਭਰ ਦੇ ਦਾਣੇ ਨਹੀਂ। ਇਹ ਹਰੇ ਇਨਕਲਾਬ ਜਿਹੜੀ ਹਰੀ ਕ੍ਰਾਂਤੀ ਕਿਸਾਨਾਂ ਨੇ ਲੈ ਕੇ ਆਂਦੀ ਹੈ, ਇਹ ਪੁਰਾਣਾ ਮਾਡਲ ਇਹਨੇ ਖਤਮ ਕਰਤਾ ਬਿਲਕੁਲ। ਅੱਜ ਨਗੌਰ ਦੇ ਬੈਲਾਂ ਦੀ ਜੋੜੀ ਸਾਨੂੰ ਕਿਤੇ ਨਹੀਂ ਮਿਲੂਗੀ, ਉਹ ਸੰਦ ਕਿਤੇ ਨਹੀਂ ਮਿਲਣਗੇ, ਕੁਛ ਨਹੀਂ ਮਿਲੂਗਾ ਸਾਨੂੰ। ਉਹ ਮਾਡਲ ਖਤਮ ਹੋ ਗਿਆ ਨਾ। ਹੁਣ ਹਰਾ ਇਨਕਲਾਬ ਦੇ ਵਿੱਚ ਸਮੂਹਕ ਤੌਰ ਤੇ 4.5 ਲੱਖ ਟਰੈਕਟਰ ਚੱਲਦਾ ਹੈ, 15 ਲੱਖ ਮੋਟਰ ਹੈ, 12-14 ਲੱਖ ਕਿਸਾਨ ਖੇਤੀ ਕਰਦਾ ਹੈ, ਤੇ ਸਮੂਹਕ ਰੂਪ ਦੇ ਵਿੱਚ ਲੋਕਾਂ ਨੂੰ ਉਹ ਖਾਣ ਨੂੰ ਮਿਲਦੀ ਹੈ। ਇਹ ਜਿਹੜੇ ਤਿੰਨੇ ਕਾਨੂੰਨ ਹੈ, ਇਹ ਅਜਿਹਾ ਕਾਨੂੰਨ ਬਣਿਆ ਕਿ ਮਾਡਲ ਖਤਮ ਕਰੋ, ਸਮੂਹਕ ਖੇਤੀ ਵਾਲਾ ਮਾਡਲ। ਇੱਥੇ ਕੀ ਲਿਆ ਰਿਹਾ ਕਿ ਕਾਰਪੋਰੇਟ ਘਰਾਣੇ ਖੇਤੀ ਕਰਨਗੇ, ਪ੍ਰਾਈਵੇਟ ਖਰੀਦ ਹੋਊਗੀ, ਆਹ ਸਾਰਾ ਕੁਝ ਬੰਦ ਹੋਊਗਾ। 300 ਮਾਰਕੀਟ ਕਮੇਟੀ ਹੈ ਪੰਜਾਬ ਦੇ ਵਿੱਚ, ਉਹ ਖਤਮ। 3750 ਕਰੋੜ ਦੀ ਆਮਦਨ ਹੁੰਦੀ ਆ ਮੰਡੀ ਬੋਰਡ ਨੂੰ, ਜਿਹੜੀ ਇਹਨਾਂ ਨੇ ਕੰਪਨੀਆਂ ਦੇ ਝੋਲੀ ਚ ਪਾਤੀ ਵੀ ਤੁਹਾਨੂੰ ਟੈਕਸ ਨਹੀਂ ਲਾਉਣਾ, ਸਿੱਧਾ ਖਰੀਦ ਲਓ। ਉਹ 3750 ਕਰੋੜ ਦੇ ਵਿੱਚੋਂ 70,000 ਕਿਲੋਮੀਟਰ ਸੜਕਾਂ ਵਿਸੀਆਂ ਪੰਜਾਬ ਦੇ ਵਿੱਚ, ਇਹ ਮੰਡੀਕਰਨ ਬੋਰਡ ਬਣਾਉਂਦਾ। ਤੇ ਜੇ ਕਿਸੇ ਖੇਤੀ ਹਾਦਸਾ ਹੋ ਜਾਂਦਾ ਹੈ, ਉਂਗਲ ਕੱਟੀ ਜਾਂਦੀ ਹੈ, ਬਾਂਹ ਕੱਟੀ ਜਾਂਦੀ ਹੈ, ਕਿਸੇ ਦੇ ਸੱਪ ਲੜ ਜਾਂਦਾ, ਉਹ ਜਿਹੜਾ 3750 ਕਰੋੜ ਦੀ ਆਮਦਨ ਹੈ, ਉਹਦੇ ਵਿੱਚੋਂ ਮਤਲਬ ਖੇਤੀ ਰਾਹਤ ਦਿੱਤੀ ਜਾਂਦੀ ਹੈ ਇਸ ਹਾਦਸਿਆਂ ਦੇ ਲਈ, ਜਾਣੀ ਉਹ ਬਿਲਕੁਲ ਖਤਮ ਹੋਊਗੀ। 3000 ਦੇ ਕਰੀਬ ਮੁਲਾਜ਼ਮ ਹੈ ਮਾਰਕੀਟ ਕਮੇਟੀਆਂ ਦਾ, ਉਹ ਖਤਮ ਹੋਊਗਾ। ਇਹਦੇ ਨਾਲ ਕਿੰਨੀ ਲੇਬਰ ਹੈ, ਪੱਲੇਦਾਰ ਹੈ, ਚੜਾਵੇ ਹੈ, ਕਿੱਡੇ ਵੱਡੇ ਗੋਦਾਮ ਸਾਰੇ ਹੋਏ ਆ। ਇਹ ਜਾਣੀ ਕਰੋੜਾਂ ਰੁਪਈਆਂ ਦਾ ਪ੍ਰਬੰਧ ਸਾਰਾ ਖਤਮ ਕਰਕੇ ਨਵਾਂ ਪ੍ਰਬੰਧ ਸਿਰਜਣ ਜਾ ਰਹੇ ਆ। ਜਾਂਦੇ ਜਾਂਦੇ ਬੂਟਾ ਸਿੰਘ ਜੀ, ਤੁਸੀਂ ਕਿਹਾ ਜੰਗ ਲੰਬੀ ਆ, ਜੰਗ ਆਰ ਪਾਰ ਦੀ ਵੀ ਰਹਿਣ ਵਾਲੀ ਆ। ਹੁਣ ਲੋਕਾਂ ਨੂੰ ਜਾਗਰੂਕ ਕਰਨਾਗਾ, ਉਹਦੇ ਲਈ ਕੀ ਪਲਾਨ ਆ ਤੁਹਾਡਾ? ਪਿੰਡ ਪਿੰਡ ਜਾ ਕੇ ਜਾਂ ਘਰੋਂ ਘਰੀ ਜਾ ਕੇ ਲੋਕਾਂ ਨੂੰ ਕਿਵੇਂ ਜਾਗਰੂਕ ਕਰ ਰਹੇ ਹੋ? ਵੈਸੇ ਲੋਕ ਹੋਰ ਰਹੇ ਨੇ, ਪਰ ਜਿਹੜੇ ਹਜੇ ਵੀ ਲੋਕ ਘਰਾਂ ਦੇ ਵਿੱਚ ਬੈਠੇ ਨੇ, ਖਾਸ ਕਰਕੇ ਜੇ ਆਪਾਂ ਔਰਤਾਂ ਦੀ ਗੱਲ ਕਰਦੇ ਆ, ਜਾਂ ਜਿਹੜੇ ਉਹ ਨੌਜਵਾਨ ਜਿਹੜੇ ਹਜੇ ਵੀ ਜਿਨ੍ਹਾਂ ਦਾ ਕਿਸਾਨੀ ਨਾਲ ਕੋਈ ਵਾਹ ਵਾਸਤਾ ਨਹੀਂ, ਤੇ ਖਾਸ ਕਰਕੇ ਸ਼ਹਿਰੀ ਲੋਕ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਤਾਂ ਹੋਏ ਆ, ਪਰ ਉਹਨਾਂ ਨੂੰ ਹਜੇ ਅਹਿਸਾਸ ਨਹੀਂ। ਦੇਖੋ, ਅਸੀਂ ਲੋਕਾਂ ਕੋਲੇ ਜਾਣ ਦਾ, ਜਾਗਰੂਕ ਕਰਨ ਦੇ ਅਸੀਂ ਸਾਡੇ ਆਪਣੇ ਢੰਗ ਤਰੀਕੇ ਆ ਜੀ। ਇੱਕ ਤਾਂ ਜਿਹੜੀਆਂ ਗ੍ਰਾਮ ਸਭਾਵਾਂ, ਇਹ ਸਾਨੂੰ ਪੂਰੇ ਲੋਕਾਂ ਨੂੰ ਉਹਨਾਂ ਆਰਡੀਨੈਂਸਾਂ ਦੇ ਵਿਰੁੱਧ ਜੋੜਨ ਦਾ ਇੱਕ ਅਸੀਂ ਸਮਝਿਆ ਕਿ ਇਹ ਠੀਕ ਢੰਗ ਹੋਊਗਾ। ਉਹਦੇ ਵਿੱਚ ਮਜ਼ਦੂਰ ਵੀ ਆਉਣਗੇ, ਕਿਸਾਨ ਵੀ ਆਉਣਗੇ, ਹਰ ਵਰਗ ਦੇ ਲੋਕਾਂ ਨੂੰ ਅਸੀਂ ਪੂਰੇ ਪੰਜਾਬ ਦੀਆਂ ਪਿੰਡ ਦੀ ਗ੍ਰਾਮ ਸਭਾ ਸੱਦਾਂਗੇ। ਇੱਕ ਤਾਂ ਇਹ ਜਰ ਗਿਆ ਮਤਲਬ ਉਹਨੂੰ ਜੋੜਨ ਦਾ। ਦੂਜਾ, ਹੁਣ ਅਸੀਂ ਰੇਲਵੇ ਲੈਣਾ ਕੱਲ ਤੋਂ ਰੁਕਣ ਜਾ ਰਹੇ ਹਾਂ 1 ਤਰੀਕ ਤੋਂ। ਅਸੀਂ ਰਾਸ਼ਨ ਇਕੱਠਾ ਕਰਨ ਲਾਏ ਆ, ਸਾਰੇ ਵਰਕਰ ਅੱਜ ਸਾਡੇ ਤੁਰੇ ਹੋਏ ਆ ਪੰਜਾਬ ਦੇ ਵਿੱਚ। ਉਹ ਭਾਵੇਂ ਇੱਕ ਕੋਈ ਕੌਲੀ ਆਟੇ ਦੀ ਪਾ ਦੇ, ਸਵਾਲ ਸਾਡੇ ਲਈ ਆਟੇ ਦਾ ਨਹੀਂ, ਸਵਾਲ ਸਾਡੇ ਲਈ ਗੁੜ ਦਾ ਨਹੀਂ, ਚਾਹ ਦਾ ਨਹੀਂ। ਸਵਾਲ ਤਾਂ ਉਸ ਘਰੇ ਜਾ ਕੇ ਅਸੀਂ ਕਹਿਣਾ ਕਿ ਅਸੀਂ ਮੋਰਚਾ ਲਾਉਣ ਜਾ ਰਹੇ ਹਾਂ ਕਾਨੂੰਨਾਂ ਦੇ ਵਿਰੁੱਧ। ਉਹ ਬੁੜੀਆਂ ਨੂੰ ਘਰ ਘਰ ਨੂੰ ਹਰੇਕ ਨੂੰ ਪਤਾ ਹੋਵੇ ਕਿ ਮੋਰਚਾ ਕਿਉਂ ਲਾਉਂਦੇ ਆ, ਤੇ ਉਹ ਇੱਛਾ ਸਮਝਦੇ ਆ ਵੀ ਸਾਡਾ ਇਹਦੇ ਵਿੱਚ ਹਿੱਸਾ ਪੈ ਰਿਹਾ। ਇਸ ਕਰਕੇ ਵੱਡੀ ਪੱਧਰ ਤੇ ਹੋ ਜਾਂਦਾ ਇਕੱਠਾ ਰਾਸ਼ਨ, ਤੇ ਰਾਸ਼ਨ ਲੱਗਦਾ ਵੀ ਆ ਉੱਥੇ। ਤੇ ਇਸ ਕਰਕੇ ਦੂਜਾ ਮਤਲਬ ਜਿਹੜਾ ਲਿਖਤੀ ਤੌਰ ਤੇ ਅਸੀਂ ਵੱਡੇ ਇਸ਼ਤਿਹਾਰ ਛਪਾਉਣੇ ਆ, ਲੀਫਲੈਟ ਛਪਾਉਣੇ ਆ, ਤੇ ਆ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਸਮਝਦੇ ਹਾਂ ਤੁਹਾਡਾ ਵੱਡਾ ਯੋਗਦਾਨ ਹੈ ਇਹਦੇ ਵਿੱਚ, ਕਿਉਂਕਿ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕਦੇ ਉੱਥੇ ਤੱਕ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਪਹੁੰਚ ਜਾਂਦੀ ਹੈ ਸਾਡੀ ਗੱਲ। ਜੰਗ ਲੰਬੀ ਰਹੂਗੀ, ਜੰਗ ਆਰ ਪਾਰ ਦੀ ਰਹੂਗੀ। ਨਤੀਜੇ ਤੱਕ ਪਹੁੰਚੋਗੇ? ਪਹੁੰਚਾਂਗੇ ਬਿਲਕੁਲ। ਜੇ ਨਹੀਂ ਪਹੁੰਚਾਂਗੇ, ਨਤੀਜਾ ਇਹ ਨਿਕਲੂਗਾ ਸਾਡੀ ਮੌਤ ਹੋਊਗੀ। ਇੱਕੋ ਹੀ ਨਤੀਜਾ ਨਿਕਲੂਗਾ, ਜਾਂ ਤਾਂ ਇਹ ਕਾਨੂੰਨ ਰੱਦ ਹੋਣਗੇ ਤੇ ਜਾਂ ਲੋਕਾਂ ਦੀ ਮੌਤ ਹੋਊਗੀ। ਇਹ ਆਰ ਪਾਰ ਦੀ ਲੜਾਈ ਜੀ। ਬੂਟਾ ਸਿੰਘ ਜੀ, ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ। ਅੱਗੇ ਵੀ ਅਸੀਂ ਇਸ ਮੁੱਦੇ ਦੇ ਉੱਤੇ ਬਣੇ ਹੋਏ ਹਾਂ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।